जे अज हिंदुस्तान की धरती ते हिंदू धर्म की होंद है ते प्यारियो गुरु तेग बहादुर महाराज सच्चे पातशाह जी की बदौलत है। 9 साल की उम्र दे विच पिता जी कोई गल नहीं, मैं यतीम हो जा कोई गल नहीं, पर मेरे एक यतीम होने दे नाल जे लखां हिंदुआं दे बच्चे यतीम होने तो बच जाणगे ते मैनू यतीम हो लैण दिओ। जिन्नी देर तक प्यारिओ इस शरीर दे विच साह चलदे ने सब कुछ सच लग रहा है, पर है नहीं सच। जिन्ना वहमां भरमां दे विचों कर्मां कांडां दे विचों साडे बाबे नानक ने सानू कढिया, अज फिर उन्हां वहमां भरमां ते कर्मां कांडां दे विच असीं फसे खलोते हैं। जिन्हां ने गुरु नूं अपना सज्जन बनाया है ना, गुरु उन्हां दे नाल जांदा है, मोयां दा भी साथ नहीं छड्डदा। इदां अरदास करनी है कि मालका मैं कीता ना जाता हराम खोर, हों क्या मुँह देसां दुष्ट चोर, नानक नीच कह विचार, धानक रूप रहा करतार। तेरे वर्गा ना दयालु सच्चे पातशाह, दयालु सच्चे पातशाह, मेरे वर्गा पापी कोई ना, तेरे वर्गा ना दयालु सच्चे पातशाह, मेरे वर्गा पापी कोई ना, वर्गा ना दयालु सच्चे पातशाह, मेरे वर्गा पापी कोई ना। मेरे वर्गा ना दयालु सच्चे पातशाह, मेरे वर्गा पापी कोई ना, पापी कोई ना, मेरे वर्गा जी पापी कोई ना, वर्गा जी पापी कोई ना, मेरे वर्गा जी पापी कोई ना, सच्चे पातशाह, दयाल सच्चे पातशाह, कहो कबीर मेरे माधवा तू सर्व व्यापी, तुम समसर नाही दयाल मोहि समसर पापी, तुम समसर नाही दयाल मोहि समसर पापी, ज्यों जानो त्यों राख, ज्यों जानो त्यों राख, हर प्रभ तेरे आ, किते गणो असंख अवगुण मेरे आ,
ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਕਹੋ ਨਾਨਕ ਕਹੋ ਨਾਨਕ ਪ੍ਰਭ ਬਿਨੋ ਸੁਣੀਜੈ। ਕੁਚਲ ਕਠੋਰ ਕਾਮੀ ਮੁਕਤ ਕੀਜੈ। ਮੇਰੇ ਦੀਨ ਦਿਆਲਾ ਜੀ ਕਹੋ ਨਾਨਕ ਪ੍ਰਭ ਬਿਨੋ ਸੁਣੀਜੈ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਮੇਰੇ ਦੀਨ ਦਿਆਲਾ ਜੀ ਸੁਣ ਲੋ ਬੇਨਤੀਆਂ। ਕਹੋ ਨਾਨਕ ਪ੍ਰਭ ਬਿਨੋ ਸੁਣੀਜੈ। ਕੁਚਲ ਕਠੋਰ ਕਾਮੀ ਮੁਕਤ ਕੀਜੈ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦੂਰੋਂ ਨੇੜਿਓਂ ਚੱਲ ਕੇ ਕਾਫੀ ਲੰਮੇ ਸਮੇਂ ਤੋਂ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਤਖਤ ਚਵਰ ਛਤਰ ਜੀ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੇ ਪਿਆਰ ਅੰਦਰ ਜੁੜ ਬੈਠੇ ਹੋ। ਹਫ਼ਤਾਵਾਰੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਦੀਵਾਨ ਸਜੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੇ ਜਾਪ ਸਰਵਣ ਕੀਤੇ। ਆਓ ਹੁਣ ਆਪਾਂ ਸਾਰਿਆਂ ਨੇ ਮਿਲ ਕੇ ਜਿੰਨਾ ਸਮਾਂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਹਰ ਜਸ ਕਰਕੇ ਇਸ ਸਮੇਂ ਨੂੰ ਸਫਲ ਬਣਾਈਏ। ਜਿੱਥੇ ਆਪਾਂ ਸ਼ਰੀਰਾਂ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋਏ ਆ, ਜੁੜ ਬੈਠੇ ਆ, ਉੱਥੇ ਆਪਣੇ ਮਨਾਂ ਨੂੰ ਵੀ ਜੋੜੀਏ। ਕਿਉਂਕਿ ਸਰੀਰ ਤੇ ਇੱਕ ਸਾਧਨ ਹੈ, ਜੁੜਨਾ ਹੈ ਮਨ ਨੇ। ਗੁਰੂ ਸ਼ਬਦ ਦੇ ਨਾਲ, ਗੁਰੂ ਦੀ ਵਿਚਾਰ ਦੇ ਨਾਲ ਥੋੜੇ ਸਮੇਂ ਦੇ ਵਿੱਚ ਮਹਾਂਪੁਰਖਾਂ ਨੇ ਵੀ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਜਾਣਾ ਹੈ। ਆਰੰਭ ਦੇ ਵਿੱਚ ਆਪਾਂ ਇਹ ਬਚਨ ਗੁਰਬਾਣੀ ਦੇ ਪੜ੍ਹੇ, ਕਹੋ ਨਾਨਕ ਪ੍ਰਭ ਬਿਨੋ ਸੁਣੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ। ਇੱਕ ਅਰਦਾਸ ਕਿ ਮਾਲਕਾ ਮੇਰੀ ਬੇਨਤੀ ਨੂੰ ਤੂੰ ਸੁਣਨਾ ਕਰ। ਕਹੋ ਨਾਨਕ ਪ੍ਰਭ
ਬਿਨੋ ਸੁਣੀਜੈ ਮੇਰੀ ਇੱਕ ਬੇਨਤੀ ਸੁਣ। ਕੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੇ, ਸਤਿਗੁਰ ਜੀ ਨੇ? ਕੁਚਲ ਕਠੋਰ ਕਾਮੀ ਮੁਕਤ ਕੀਜੈ। ਮਾਲਕਾ, ਮੇਰੇ ਜੀਵਨ ਦੇ ਵਿੱਚ ਕੋਈ ਚੱਜ ਨਹੀਂ। ਕੁਚਲ ਪੁਣਾ ਕੁਚਲਤਾ ਮੇਰੇ ਜੀਵਨ ਦੇ ਵਿੱਚ ਹੈ, ਟੇਢੇ ਰਾਵਾਂ ਤੇ ਪਿਆ ਹੋਇਆ ਹੈ। ਕਠੋਰ, ਇਹ ਮਨ ਜਿਹੜਾ ਕਠੋਰ ਹੋ ਗਿਆ ਹੈ, ਮਨ ਦੇ ਵਿੱਚ ਦਇਆ ਨਹੀਂ, ਜੀਵਾਂ ਤੇ ਤਰਸ ਨਹੀਂ। ਕਾਮੀ, ਕਾਮਨਾਵਾਂ ਦੇ ਵਿੱਚ, ਵਾਸ਼ਨਾਵਾਂ ਦੇ ਵਿੱਚ ਮੇਰਾ ਤਨ ਤੇ ਮਨ ਲਿਪਤ ਹੋਇਆ ਪਿਆ। ਤੂੰ ਕਿਰਪਾ ਕਰ, ਮੈਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰ ਦੇ। ਅਰਦਾਸ ਦੇ ਵਿੱਚ ਬੜੀ ਵੱਡੀ ਤਾਕਤ ਹੈ। ਅਰਦਾਸ ਦੀ ਦਾਤ ਸਾਡੇ ਸਤਿਗੁਰ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ। ਜਦੋਂ ਕੋਈ ਅੰਦਰੋਂ ਭਿੱਜ ਕੇ, ਅੰਦਰੋਂ ਜੁੜ ਕੇ ਗੁਰੂ ਦਿਆਂ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ, ਫਿਰ ਪਿਆਰਿਓ, ਹਿਰਦੇ ਤੋਂ ਨਿਕਲੀ ਹੋਈ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ। ਭਾਵੇਂ ਉਹ ਦੁਨਿਆਵੀ ਸੁੱਖਾਂ ਵਾਸਤੇ ਕਰੀਏ, ਭਾਵੇਂ ਸਰੀਰਕ ਸੁੱਖਾਂ ਵਾਸਤੇ ਕਰੀਏ, ਤੇ ਭਾਵੇਂ ਫਿਰ ਮਨ ਦੇ ਸੁੱਖ ਲਈ ਕਰੀਏ। ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ ਤੇ ਭਗਤਾਂ ਨੇ, ਪਿਆਰਿਆਂ ਨੇ ਪਰਮੇਸ਼ਵਰ ਦੇ ਤਰਲੇ ਲਏ, ਬੇਨਤੀਆਂ ਕੀਤੀਆਂ, ਅਰਦਾਸਾਂ ਕੀਤੀਆਂ। ਇਹ ਦੱਸਿਆ ਕਿ ਕਿਵੇਂ ਅਰਦਾਸ ਕਰੀਏ, ਕਿਉਂਕਿ ਅਰਦਾਸ ਜਿਹੜਾ ਸ਼ਬਦ ਹੈ ਇਹ 4 ਅੱਖਰਾਂ ਦੇ ਸੁਮੇਲ ਦੇ ਨਾਲ ਬਣਿਆ ਹੈ। ਐੜਾ, ਰਾਰਾ, ਦੱਦਾ ਤੇ ਸੱਸਾ, 4 ਅੱਖਰਾਂ ਦੇ ਸੁਮੇਲ ਦੇ ਨਾਲ ਇਹ ਬਣਿਆ ਹੈ। ਐੜੇ ਦਾ ਅਰਥ ਕੀ ਹੈ? ਐੜਾ ਕਹਿੰਦਾ ਜਿਹਦੇ ਅੱਗੇ ਤੂੰ ਅਰਦਾਸ ਕਰਨ ਲੱਗਾ ਉਹ ਅੰਤਰਜਾਮੀ ਹੈ। ਇਹ ਭਾਵਨਾ, ਭਰੋਸਾ ਹੋਣਾ ਚਾਹੀਦਾ ਹੈ ਕਿ ਜਿਸ ਗੁਰੂ ਦੇ ਅੱਗੇ ਅਸੀਂ ਅਰਦਾਸ ਕਰਨੀ ਹੈ, ਮੇਰਾ ਗੁਰੂ, ਮੇਰਾ ਸਤਿਗੁਰੂ ਮੇਰੇ ਦਿਲਾਂ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ। ਤੇ ਰਾਰਾ ਅੱਖਰ, ਇਹਦਾ ਅਰਥ ਇਹ ਹੈ, ਇਹਦਾ ਭਾਵ ਇਹ ਹੈ ਕਿ ਉਹ ਰੱਖਿਆ ਕਰਨ ਵਾਲਾ ਹੈ। ਜਿਹਦੇ ਅੱਗੇ ਤੂੰ ਅਰਦਾਸ ਕਰਨਾ ਹੈ ਉਹ ਤਨ ਕਰਕੇ ਵੀ ਰੱਖਿਆ ਕਰਦਾ ਤੇ ਮਨ ਕਰਕੇ ਵੀ ਵਕਾਰਾਂ ਤੋਂ, ਵਾਸ਼ਨਾਵਾਂ ਤੋਂ, ਕਾਮਨਾਵਾਂ ਤੋਂ ਬਚਾ ਕੇ ਰੱਖਦਾ। ਐਸਾ ਸਤਿਗੁਰ ਹੈ। ਤੇ ਦੱਦਾ ਕਹਿੰਦਾ ਜਿਸ ਗੁਰੂ ਦੇ ਅੱਗੇ ਤੂੰ ਬੇਨਤੀ ਕਰਨ ਲੱਗਾ, ਆਪਣੇ ਮਨ ਦੇ ਵਿੱਚ ਇਹ ਭਰੋਸਾ ਬਣਾ ਕੇ ਰੱਖੀ ਕਿ ਉਹ ਦਾਤਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਸਾਰੇ ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ। ਪੜ੍ਹਨੇ ਆਪਾਂ ਬਚਨ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਦਾਮ। ਸਾਰਾ ਸੰਸਾਰ ਹੀ ਭਿਖਾਰੀ ਹੈ। ਸਾਰਾ ਸੰਸਾਰ, ਸਾਰਾ ਜਗਤ ਉਸ ਦਾਤੇ ਦੇ ਕੋਲੋਂ ਮੰਗਦਾ। ਕੋਈ ਤਨ ਦੇ ਸੁੱਖ ਮੰਗਦਾ, ਕੋਈ ਦੁਨਿਆਵੀ ਸੁੱਖ ਮੰਗਦਾ, ਕੋਈ ਮਨ ਦਾ ਸੁੱਖ ਮੰਗਦਾ। ਤੇ ਮਹਾਰਾਜ ਕਹਿੰਦੇ ਨੇ
ਉਹ ਜਿਹੜਾ ਵਾਹਿਗੁਰੂ ਹੈ ਨਾ, ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਆ, ਉਹ ਨਿਰੰਕਾਰ। ਤੂੰ ਦਾਤਾ ਦੁਨੀਆ ਦਾ, ਤੂੰ ਦਾਤਾ ਦੁਨੀਆ ਦਾ, ਸਾਰਾ ਜਗਤ ਭਿਖਾਰੀ ਹੈ। 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 ਸਾਰਾ ਜਗਤ ਹੀ ਭਿਖਾਰੀ ਹੈ। ਤੇ ਦੱਦੇ ਦਾ ਅਰਥ ਹੀ ਹੈ, ਜਿਸ ਗੁਰੂ ਦੇ ਅੱਗੇ ਆਪਾਂ ਬੇਨਤੀ ਕਰਨ ਲੱਗੇ ਆ ਜਾਂ ਅਰਦਾਸ ਕਰਦੇ ਪਏ ਆ, ਉਹ ਦਾਤਾ ਦੇਣ ਵਾਲਾ ਇੱਕੋ ਦਾਤਾ ਹੈ। ਤੇ ਸੱਸਾ ਕਹਿ ਰਿਹਾ ਹੈ, ਐਸਾ ਗੁਰੂ ਹੈ ਜਿਹਦੇ ਅੱਗੇ ਅਰਦਾਸ ਕੀਤਿਆਂ ਦੁਨੀਆ ਦੇ ਵਿੱਚ ਸਾਰੇ ਸਹਾਰੇ ਮੁੱਕ ਜਾਣ। ਕਈ ਵਾਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਾਂ ਆਉਂਦਾ ਕਿ ਕੋਈ ਸਹਾਰਾ ਨਹੀਂ ਬਣਦਾ। ਪੜ੍ਹਨੇ ਆ ਨਾ ਆਪਾਂ ਬਚਨ, ਸਭੋ ਭੱਜੇ ਆਸਰਾ ਚੁੱਕੈ, ਸਭ ਅਸਰਾਓ ਚਿਤ ਆਵੇ, ਸੁ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਲਾਗੂ ਹੋਏ ਦੁਸ਼ਮਣਾ, ਸਾਕ ਪੇ ਭੱਜ ਖਲੇ। ਜਦੋਂ ਇਹੋ ਜਿਹਾ ਸਮਾਂ ਬਣਦਾ ਹੈ, ਕਈ ਵਾਰ ਪਿਆਰਿਓ, ਜਿਨ੍ਹਾਂ ਨੂੰ ਆਪਾਂ ਆਪਣੇ ਸੱਜਣ ਸਮਝਦੇ ਆ ਨਾ, ਉਹ ਵੀ ਮੂੰਹ ਫਿਰ ਜਾਂਦੇ ਨੇ। ਪਰ ਗੁਰੂ ਐਸਾ ਸੱਜਣ ਹੈ ਜਿਹੜਾ ਕਦੇ ਵੀ ਮੂੰਹ ਨਹੀਂ ਫੇਰਦਾ। ਇਸੇ ਕਰਕੇ ਹੀ ਤਾਂ ਮਹਾਰਾਜ ਕਹਿੰਦੇ ਨੇ, ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੁਇਆ ਨਾ ਜਾਈ ਛੋੜ। ਮਹਾਰਾਜ ਕਹਿੰਦੇ ਤੂੰ ਕੱਚਿਆਂ ਦੇ ਨਾਲ ਪ੍ਰੀਤਾਂ ਪਾਈਆਂ ਨੇ, ਆ ਮੇਰਾ ਸੱਜਣ ਹੈ, ਆ ਮੇਰਾ ਰਿਸ਼ਤੇਦਾਰ ਹੈ। ਹੁਣ ਨੈਗੇਟਿਵ ਨਾ ਲੈ ਜਿਓ ਕਿ ਆਪਾਂ ਸਾਰਿਆਂ ਨਾਲੋਂ ਤੋੜ ਲੈਣੀ, ਇਹ ਨਹੀਂ। ਅੰਦਰ ਦੀ ਜਿਹੜੀ ਸਾਂਝ ਹੈ ਉਹ ਗੁਰੂ ਦੇ ਨਾਲ ਪਾ ਕੇ ਰੱਖ, ਰਿਸ਼ਤੇਦਾਰੀਆਂ ਨਿਭਾ, ਸੰਸਾਰ ਦੇ ਵਿੱਚ ਰਹਿ, ਪਰਿਵਾਰ ਦੇ ਵਿੱਚ ਰਹਿ, ਜ਼ਿੰਮੇਵਾਰੀਆਂ ਨਿਭਾ। ਸਾਡੇ ਬਾਬੇ ਨਾਨਕ ਨੇ ਸੰਸਾਰ ਨੂੰ, ਪਰਿਵਾਰ ਨੂੰ ਛੱਡਣਾ ਨਹੀਂ ਸਿਖਾਇਆ। ਸਾਡਾ ਬਾਬਾ ਨਾਨਕ ਕਹਿੰਦਾ ਪਰਿਵਾਰ ਦੇ ਵਿੱਚ ਸਿੱਖ ਨੇ ਰਹਿਣਾ, ਸੰਸਾਰ ਦੇ ਵਿੱਚ ਰਹਿਣਾ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਪਰ ਅੰਦਰ ਦੀ ਜਿਹੜੀ ਸਾਂਝ ਹੈ, ਅੰਦਰ ਦੀ ਜਿਹੜੀ ਪ੍ਰੀਤ ਹੈ, ਗੁਰੂ ਦੇ ਨਾਲ ਪਾ। ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ। ਗੁਰੂ ਵਰਗਾ ਕੋਈ ਸੱਜਣ ਹੈ ਹੀ ਨਹੀਂ। ਓਏ ਜੀਵਨ ਦੇ ਵਿਛੜੇ, ਇਹ ਦੁਨਿਆਵੀ ਜਿੰਨੇ ਵੀ ਤੇਰੇ ਸੱਜਣ ਨੇ, ਮਿੱਤਰ ਨੇ, ਇਹ ਤਾਂ ਜਿਉਂਦਿਆਂ ਨੂੰ ਵੀ ਛੱਡ ਦਿੰਦੇ ਨੇ। ਓਏ ਮੁਇਆ ਨਾ ਜਾਈ ਛੋੜ। ਤੇ ਗੁਰੂ ਐਸਾ ਮਿੱਤਰ ਹੈ, ਐਸਾ ਸੱਜਣ ਹੈ, ਜਦੋਂ ਜਾਣਾ ਹੈ ਨਾ ਇਸ ਸੰਸਾਰ ਤੋਂ, ਕਿਸੇ ਵੀ ਰਿਸ਼ਤੇ ਨੇ ਨਾਲ ਨਹੀਂ ਨਿਭਣਾ।
ਇੱਥੋਂ ਤੱਕ ਕਿ ਸਰੀਰ ਵੀ ਇੱਥੇ ਹੀ ਰਾਖ ਹੋ ਜਾਣਾ ਹੈ। ਫਿਰ ਜਿਨ੍ਹਾਂ ਨੇ ਗੁਰੂ ਨੂੰ ਆਪਣਾ ਸੱਜਣ ਬਣਾਇਆ ਹੈ ਨਾ, ਗੁਰੂ ਉਹਨਾਂ ਦੇ ਨਾਲ ਜਾਂਦਾ ਹੈ, ਮੋਇਆਂ ਦਾ ਵੀ ਸਾਥ ਨਹੀਂ ਛੱਡਦਾ। ਸਤਿਗੁਰੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ। ਇਹ ਸੱਚਾਈ ਹੈ। ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਹਾਰਾਜ ਕਹਿੰਦੇ ਸੰਸਾਰ ਦੀ ਪ੍ਰੀਤ ਝੂਠੀ ਹੈ। ਸਮਝਾਉਂਦੇ ਨੇ ਸਾਨੂੰ, ਸਾਡੀ ਸਮਝ ਦੇ ਵਿੱਚ ਇਹ ਗੱਲ ਆ ਜੇ, ਸਾਨੂੰ ਗਿਆਨ ਹੋ ਜੇ ਕਿ ਜਿਹੜੀ ਪ੍ਰੀਤ ਸੰਸਾਰ ਦੀ ਹੈ, ਪਰਿਵਾਰ ਦੀ ਹੈ, ਸਾਰੇ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਜੇ ਦੇ ਨਾਲ ਜੁੜੇ ਨੇ। ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਦਾਰਾ ਦਾ ਅਰਥ ਹੁੰਦਾ ਹੈ ਘਰ ਵਾਲੀ, ਤੇ ਮੀਤ ਤੋਂ ਭਾਵ ਮਿੱਤਰ ਕਹਿ ਲੋ, ਸੱਜਣ ਕਹਿ ਲੋ, ਰਿਸ਼ਤੇਦਾਰ ਕਹਿ ਲੋ। ਮਹਾਰਾਜ ਕਹਿੰਦੇ ਸਾਰੇ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਜੇ ਦੇ ਨਾਲ ਪ੍ਰੀਤ ਹੈ, ਪਰ ਜਦੋਂ ਬੰਦਾ ਮਰਦਾ ਹੈ ਨਾਲ ਕੋਈ ਵੀ ਨਹੀਂ ਮਰਦਾ। ਭਾਵੇਂ ਜਿੰਨਾ ਕੋਈ ਮਰਜ਼ੀ ਕਹੀ ਜਾਵੇ ਕਿ ਮੇਰਾ ਤੇਰੇ ਨਾਲ ਬੜਾ ਪਿਆਰ ਹੈ, ਪਰ ਜਦੋਂ ਮੌਤ ਹੋਣੀ ਹੈ ਨਾ, ਫਿਰ ਇਕੱਲਿਆਂ ਨੂੰ ਹੀ ਜਾਣਾ ਪੈਣਾ। ਇਸ ਗੱਲ ਨੂੰ ਆਪਾਂ ਨੈਗੇਟਿਵ ਨਹੀਂ ਲੈ ਕੇ ਜਾਣਾ ਕਿ ਹੁਣ ਪਰਿਵਾਰ ਨੂੰ ਛੱਡ ਦਈਏ, ਸੰਸਾਰ ਨੂੰ ਛੱਡ ਦਈਏ। ਮਹਾਰਾਜ ਕਹਿੰਦੇ ਰਹਿਣਾ ਹੈ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ ਰਹਿਣਾ ਹੈ, ਪਰ ਜਿਹੜਾ ਮੋਹ ਵਾਲਾ ਚਿੱਕੜ ਹੈ ਨਾ, ਉਹਦੇ ਵਿੱਚੋਂ ਆਪਣੇ ਮਨ ਨੂੰ ਕੱਢ ਲੈ। ਮੋਹ ਜਿਹੜਾ ਹੈ ਨਾ ਇੱਕ ਚਿੱਕੜ ਦੀ ਤਰ੍ਹਾਂ ਹੈ। ਆਪਾਂ ਅੱਗੇ ਕਈ ਵਾਰ ਵਿਚਾਰ ਕਰਦੇ ਹਾਂ, ਜਿਹੜਾ ਮੋਹ ਹੈ ਨਾ, ਇਹ ਇਹੋ ਜਿਹਾ ਭੈੜਾ ਚਿੱਕੜ ਹੈ, ਬੰਦੇ ਕੋਲੋਂ ਸਾਰੀ ਜ਼ਿੰਦਗੀ ਇਸ ਮੋਹ ਰੂਪੀ ਚਿੱਕੜ ਦੇ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ। ਰੋਜ਼ ਆਪਾਂ ਪੜ੍ਹਦੇ ਹਾਂ ਰਹਿਰਾਸ ਸਾਹਿਬ ਜੀ ਦੇ ਵਿੱਚ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾਂ ਤਹ ਡੂਬੀ ਵਾਲੇ। ਪੰਕਜ ਮੋਹ, ਪੰਕਜ ਦਾ ਅਰਥ ਚਿੱਕੜ, ਤੇ ਮੋਹ ਤੇ ਆਪਾਂ ਸਮਝ ਹੀ ਗਏ। ਮੋਹ ਰੂਪੀ ਚਿੱਕੜ ਮਹਾਰਾਜ ਕਹਿੰਦੇ ਪਗ ਨਹੀਂ ਚਾਲੇ। ਇਹ ਅੰਦਰੋਂ ਜਿਹੜੀ ਸਾਡੀ ਸੁਰਤ ਹੈ, ਧਰਮ ਵਾਲੇ ਪਾਸੇ ਨੂੰ ਸਾਡੇ ਕੋਲੋਂ ਇੱਕ ਕਦਮ ਵੀ ਗੁਰੂ ਵਾਲੇ ਪਾਸੇ ਨੂੰ ਪੁੱਟਿਆ ਨਹੀਂ ਜਾਂਦਾ, ਪਗ ਨਹੀਂ ਚਾਲੇ। ਇਹ ਮੋਹ ਰੂਪੀ ਚਿੱਕੜ ਜਿਹੜਾ, ਇਹਦੇ ਵਿੱਚ ਸਾਡੇ ਸੁਰਤ ਰੂਪੀ ਪੈਰ ਕਹਿ ਲੋ ਫਸੇ ਹੋਏ ਨੇ। ਜਿਹੜੇ ਧਿਆਨ ਰੂਪੀ ਕਹਿ ਲੋ, ਮਨ ਰੂਪੀ ਪੈਰ, ਉਹ ਮੋਹ ਦੇ ਵਿੱਚ ਫਸੇ ਹੋਏ ਨੇ। ਤੇ ਇਹੋ ਜਿਹਾ ਇਹ ਭੈੜਾ ਚਿੱਕੜ ਹੈ, ਬੰਦੇ ਕੋਲ ਨਿਕਲਿਆ ਹੀ ਨਹੀਂ ਜਾਂਦਾ। ਤੇ ਮਹਾਰਾਜ ਕਹਿੰਦੇ ਹਮ ਦੇਖਾਂ ਤਹਿ ਡੂਬੀ ਵਾਲੇ, ਸਾਡੇ ਵੇਖਦਿਆਂ ਵੇਖਦਿਆਂ ਪਤਾ ਨਹੀਂ ਕਿੰਨੇ ਕੁ ਇਸ ਸੰਸਾਰ ਰੂਪੀ ਸਾਗਰ ਦੇ ਵਿੱਚ ਡੁੱਬ ਗਏ। ਤੇ ਇੱਕ ਅਰਦਾਸ ਹੀ ਹੈ ਗੁਰੂ ਦੇ ਅੱਗੇ। ਅਰਦਾਸ ਕਿਵੇਂ ਕਰਨੀ ਹੈ, ਉਹ ਢੰਗ, ਉਹ ਤਰੀਕਾ, ਉਹ ਮੈਥਡ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਦੇ ਵਿੱਚ ਦੱਸਦੇ ਨੇ। ਆਪਣਾ ਆਪ ਗਵਾ ਕੇ, ਨਿਮਾਣੇ ਬਣ ਕੇ, ਨਤਾਣੇ ਬਣ ਕੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ। ਮਾਲਕਾ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन, निको ठाकुर देसा। इदा अरदास करनी है कि मालका मैं कीता ना जाता हराम कोर, हों क्या मुँह देसा दुष्ट चोर। नानक नीच कह विचार, धानक रूप रहा करतार। मैं तेरे कीते नूं जानिया नहीं, इन्ना सोहना शरीर तूं दिता, संसार दे विच इज्जत दिती, मान दिता, सोहना परिवार दिता, रहन नूं घर-बार दिता,
ਆਪਣੇ ਸਰੀਰ ਦੀ ਨੰਗੇਜ ਨੂੰ ਢੱਕਣ ਵਾਸਤੇ ਸੋਹਣੇ ਸੋਹਣੇ ਕੱਪੜੇ ਦਿੱਤੇ, ਵਸਤਰ ਦਿੱਤੇ, ਛਕਣ ਵਾਸਤੇ ਸੋਹਣਾ ਭੋਜਨ ਦਿੱਤਾ, ਪਰ ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਹਰਾਮ ਖੋਰ ਆ ਮੈਂ। ਤੇ ਮਾਲਕਾ ਤੂੰ ਕਿਰਪਾ ਕਰ, ਤੇਰਾ ਕੀਤਾ ਜਾਤੋਂ ਨਾਹੀ, ਮੈਨੂੰ ਜੋ ਕੀਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਮੇਰੇ ਵਿੱਚ ਕੋਈ ਗੁਣ ਨਹੀਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਤੇਰੀ ਸ਼ਰਨ ਦੇ ਵਿੱਚ ਆ ਕੇ ਡਿੱਗਿਆ। ਗੱਲ ਹੈ ਜਦੋਂ ਮਨ ਕਰਕੇ ਆਪਾਂ ਬੇਨਤੀ ਕਰਾਂਗੇ, ਅੰਦਰੋਂ ਮਨ ਵੀ ਕਵੇ ਕਹੋ ਨਾਨਕ ਹਮ ਨੀਚ ਕਰਮਾ। ਉਦਾਂ ਤੇ ਆਪਾਂ ਪਿਆਰਿਓ ਜ਼ਿੰਦਗੀ ਦੇ ਵਿੱਚ ਬੜੀ ਵਾਰ ਇਹ ਪੰਕਤੀ ਪੜ੍ਹਦੇ ਆ, ਪਰ ਗੱਲ ਹੈ ਜਿੱਦਨ ਮਨ ਵੀ ਇਹ ਗੱਲ ਕਬੂਲ ਲਏ, ਕਹੋ ਨਾਨਕ ਹਮ ਨੀਚ ਕਰਮਾ। ਮਾਲਕਾ ਸਾਡੇ ਕਰਮ ਨੀਚ ਨੇ, ਤੇਰੀ ਸ਼ਰਨ ਦੇ ਵਿੱਚ ਆ ਕੇ ਪਿਆ ਤੇ ਤੂੰ ਕਿਰਪਾ ਕਰ। ਤੇਰਾ ਬਿਰਦ ਹੈ ਜੋ ਸ਼ਰਨ ਆਵੇ, ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਦਾ। ਇਦਾਂ ਅਰਦਾਸ ਕਰੀਏ, ਕਿਉਂਕਿ ਪਿਆਰਿਓ ਸਾਡੇ ਜਨਮਾਂ ਜਨਮਾਂ ਤੋਂ ਉਸ ਵਾਹਿਗੁਰੂ ਦੇ ਨਾਲ ਵਿਛੋੜੇ ਪਏ ਹੋਏ ਨੇ। ਜਿੰਨੇ ਵੀ ਸਰੀਰ ਨੇ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ। ਸਰੀਰ ਤੇ ਹੈ ਮਿੱਟੀ, ਪੰਜਾਂ ਤੱਤਾਂ ਦਾ ਪੁਤਲਾ ਹੈ, ਪਰ ਜਿਹੜੀ ਹਰਕਤ ਹੈ ਇਹਦੇ ਵਿੱਚ, ਜਿਹੜੀ ਸੱਤਾ ਕੰਮ ਕਰਦੀ ਪਈ ਹੈ, ਉਹ ਵਾਹਿਗੁਰੂ ਦੀ ਜੋਤ ਸਾਡੇ ਸਰੀਰ ਦੇ ਵਿੱਚ ਕੰਮ ਕਰਦੀ ਹੈ। ਤਾਂ ਹੀ ਇਸ ਸਰੀਰ ਦੇ ਵਿੱਚ ਹਲਚਲ ਹੈ, ਹਿਲਜੁਲ ਹੈ। ਜਦੋਂ ਵਾਹਿਗੁਰੂ ਆਪਣੀ ਸੱਤਾ ਵਿੱਚੋਂ ਖਿੱਚ ਲੈਂਦਾ, ਇਹ ਪਿਆਰਿਓ ਮਿੱਟੀ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ। ਸਮਝਿਓ ਗੱਲ ਨੂੰ। ਮਨੁੱਖਾ ਜਨਮ, ਇਸ ਜਨਮ ਦਾ ਕੋਈ ਨਾ ਕੋਈ ਏਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਖਾਣਾ ਪੀਣਾ ਸੋਣਾ ਮਿਸਰ ਗਿਆ ਹੈ ਮਰਨਾ। ਯਾਦ ਕਿਹੜੀਆਂ ਚੀਜ਼ਾਂ ਰਹਿ ਗਈਆਂ ਨੇ? ਖਾਣਾ ਪੀਣਾ ਸੋਣਾ। ਤੇ ਜਿਹੜੀ ਚੀਜ਼ ਕਰਕੇ ਸਾਨੂੰ ਰੱਬ ਚੇਤੇ ਆਉਣਾ ਸੀ ਉਹ ਅਸੀਂ ਵਸਾਰ ਦਿੱਤੀ, ਉਹ ਚੀਜ਼ ਕਿਹੜੀ ਹੈ? ਮਰਨਾ, ਸਾਡੀ ਮੌਤ। ਉਹ ਚੇਤੇ ਥੋੜੀ ਹੈ। ਬੇਨਤੀ ਹੈ ਬੀਬੀਆਂ ਵਾਲੇ ਪਾਸੇ, ਜਿਨ੍ਹਾਂ ਦੇ ਨਾਲ ਬੱਚੇ ਆਏ ਨੇ, ਭਾਈ ਬੱਚਿਆਂ ਨੂੰ ਚੁੱਪ ਕਰਾਓ। ਜੇ ਬੱਚੇ ਨਾਲ ਲੈ ਕੇ ਆਉਂਦੇ ਆ, ਫਿਰ ਜ਼ਿੰਮੇਵਾਰੀ ਵੀ ਸਮਝਿਆ ਕਰੀਏ। ਸੰਗਤ ਦੇ ਵਿੱਚ ਧਿਆਨ ਨਹੀਂ ਟੁੱਟਣਾ ਚਾਹੀਦਾ। ਬੜੀਆਂ ਭਿੱਜੀਆਂ ਹੋਈਆਂ, ਰੰਗੀਆਂ ਹੋਈਆਂ ਰੂਹਾਂ ਵੀ ਸੰਗਤ ਦੇ ਵਿੱਚ ਹੁੰਦੀਆਂ ਨੇ, ਸੋ ਧਿਆਨ ਰੱਖੀਏ। ਹੁਣ ਮਰਨਾ ਸਾਡੇ ਚੇਤੇ ਦੇ ਵਿੱਚ ਨਹੀਂ। ਜੇ ਸਾਨੂੰ ਸਾਡੀ ਮੌਤ ਯਾਦ ਹੋਏਗੀ ਤੇ ਪਿਆਰਿਓ ਫਿਰ ਰੱਬ ਨਹੀਂ ਭੁੱਲੇਗਾ, ਰੱਬ ਵੀ ਚੇਤੇ ਆਏਗਾ। ਸਾਨੂੰ ਮੌਤ ਨਹੀਂ ਯਾਦ, ਅਸੀਂ ਤੇ ਇਦਾਂ ਰਹਿੰਦੇ ਆ ਸੰਸਾਰ ਦੇ ਵਿੱਚ। ਬੰਦਾ ਇਦਾਂ ਪਰਿਵਾਰ ਦੇ ਵਿੱਚ ਰਹਿੰਦਾ, ਇਦਾਂ ਸੰਸਾਰ ਦੇ ਵਿੱਚ ਰਹਿੰਦਾ, ਆਉਣ ਵਾਲੀਆਂ ਪਤਾ ਨਹੀਂ ਕਿੰਨੀਆਂ ਅਗਲੀਆਂ ਪੀੜ੍ਹੀਆਂ ਦੇ ਬਾਰੇ ਸੋਚੀ ਜਾਂਦਾ ਹੈ। ਮੈਂ ਆਪਣੇ ਬੱਚਿਆਂ ਵਾਸਤੇ, ਆਪਣੇ ਪੋਤਰਿਆਂ ਵਾਸਤੇ, ਆਪਣੇ ਪੜਪੋਤਰਿਆਂ ਵਾਸਤੇ ਆ ਵੀ ਕਰ ਲਾਂ, ਆ ਵੀ ਬਣਾ ਲਾਂ, ਉਹ ਵੀ ਸੁਖੀ ਰਹਿਣ। ਖਾਣਾ ਪੀਣਾ, ਸਵੇਰ ਦਾ ਆਪਾਂ ਭੋਜਨ ਛਕਦੇ ਆ, ਤੇ ਜੇ ਸਵੇਰ ਦਾ ਖਾਣੇ ਹੁੰਨੇ ਆ ਤੇ ਨਾਲੇ ਸਵੇਰ ਦਾ ਖਾਣੇ ਹੁੰਨੇ ਆ ਤੇ ਨਾਲੇ ਕਹਿੰਨੇ ਆ ਦੁਪਹਿਰ ਨੂੰ ਕੀ ਬਣਾਉਣਾ ਹੈ। ਜੇ ਦੁਪਹਿਰ ਦਾ ਖਾਣੇ ਹੁੰਨੇ ਆ ਤੇ ਰਾਤ ਦਾ ਪਹਿਲਾ ਫਿਕਰ ਪੈ ਜਾਂਦਾ ਕਿ ਅੱਜ ਰਾਤ ਨੂੰ ਕੀ ਬਣਾਉਣਾ ਹੈ, ਕੀ ਖਾਣਾ ਹੈ। ਇਹੀ ਚੀਜ਼ਾਂ ਯਾਦ ਰਹਿ ਗਈਆਂ। ਮਹਾਰਾਜ ਕਹਿੰਦੇ ਖਾਣਾ ਪੀਣਾ ਸੋਣਾ ਮਿਸਰ ਗਿਆ ਹੈ ਮਰਨਾ।
ਤੇ ਯਾਦ ਰੱਖਿਓ, ਜਿਨੇ ਮਾਲਕ ਨੂੰ ਵਸਾਰ ਦਿੱਤਾ, ਖਸਮ ਵਸਾਰ ਕੀਏ ਰਸ ਭੋਗ, ਤਨ ਮੈਂ ਉੱਠ ਖਲੋਏ ਡੋਗ। ਜਿਨੇ ਖਸਮ ਨੂੰ ਵਸਾਰ ਦਿੱਤਾ, ਜਿਨੇ ਪਰਮਾਤਮਾ ਨੂੰ ਵਸਾਰ ਦਿੱਤਾ, ਉਹ ਬੰਦਾ ਕਦੀ ਵੀ ਜ਼ਿੰਦਗੀ ਦੇ ਵਿੱਚ ਸੁਖੀ ਨਹੀਂ ਰਹਿ ਸਕਦਾ, ਭਾਵੇਂ ਸਾਰੇ ਸੰਸਾਰ ਦੇ ਦੁਨਿਆਵੀ ਸੁੱਖ ਉਹਦੇ ਕੋਲ ਹੋਣ, ਪਰ ਫਿਰ ਵੀ ਉਹਦਾ ਮਨ ਕਦੇ ਵੀ ਸੁਖੀ ਨਹੀਂ ਰਹਿ ਸਕਦਾ, ਕਿਉਂਕਿ ਪਦਾਰਥਾਂ ਦੇ ਵਿੱਚ ਮਨ ਦਾ ਸੁੱਖ ਨਹੀਂ ਹੈ। ਆ ਵੇਖਦੇ ਹੀ ਪਏ ਆ ਨਾ ਆਪਾਂ, ਅੰਬਾਨੀਆਂ ਤੇ ਅਡਾਨੀਆਂ ਦੇ ਕੋਲ ਕਿੰਨਾ ਕੁ ਪੈਸਾ ਹੈ, ਰੱਜੇ ਨੇ ਉਹ? ਨਹੀਂ ਰੱਜੇ ਨਾ। ਕਿਸਾਨਾਂ ਦਾ ਹੱਕ ਸਰਕਾਰਾਂ ਦੇ ਰਾਹੀਂ ਅੱਜ ਖੋ ਰਹੇ ਨੇ। ਆਪਾਂ ਵੇਖਦੇ ਪਏ ਆ, ਆਪਣੇ ਹੱਕਾਂ ਦੇ ਲਈ ਕਿਸਾਨ ਅੱਜ ਸੜਕਾਂ ਤੇ ਬੈਠਾ ਹੈ। ਦੇਸ਼ ਦਾ ਅੰਨਦਾਤਾ, ਜਿਹੜਾ ਸਾਰੇ ਦੇਸ਼ ਦਾ, ਸਾਰੇ ਸੰਸਾਰ ਦਾ ਢਿੱਡ ਭਰਨ ਵਾਲਾ, ਆਪਣੇ ਹੱਕਾਂ ਦੇ ਲਈ ਅੱਜ ਸੜਕਾਂ ਤੇ ਉਹਨੂੰ ਬੈਠਣਾ ਪੈ ਰਿਹਾ ਹੈ। ਆਪਣੇ ਤੋਂ ਕੁਝ ਵੀ ਨਹੀਂ ਲੁਕਿਆ। ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜ਼ਮਾਨਾ ਹੈ, ਨਾਲ ਦੀ ਨਾਲ ਆਪਾਂ ਸਾਰੀਆਂ ਨਿਊਜ਼, ਸਾਰੀਆਂ ਖਬਰਾਂ ਵੇਖਦੇ ਹਾਂ, ਕਿਵੇਂ 70 80 ਸਾਲ ਦੇ ਬਜ਼ੁਰਗ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਬੈਠੇ ਨੇ, ਕਿੰਨੇ ਦਿਨ ਹੋ ਗਏ ਨੇ। ਤੇ ਪਿਆਰਿਓ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਸੰਘਰਸ਼ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਈਏ। ਆਪਾਂ ਵੀ ਇੱਥੇ ਸਾਰੇ ਕਿਸਾਨ ਹੀ ਬੈਠੇ ਆ, ਜ਼ਿਮੀਂਦਾਰ ਹੀ ਬੈਠੇ ਆ। ਉਹਨਾਂ ਕਿਸਾਨਾਂ ਦੇ ਲਈ, ਸੰਘਰਸ਼ ਦੇ ਵਾਸਤੇ, ਅੰਦੋਲਨ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕਰੀਏ, ਬਾਣੀ ਦੇ ਜਾਪ ਕਰੀਏ, ਤੇ ਨਾਲ ਪਿਆਰਿਓ ਸਮਾਂ ਕੱਢ ਕੇ, ਜੇ ਅਜੇ ਤੱਕ ਆਪਾਂ ਉਸ ਸੰਘਰਸ਼ ਦਾ ਹਿੱਸਾ ਨਹੀਂ ਬਣੇ, ਤੇ ਜ਼ਰੂਰ ਜਾਣਾ ਚਾਹੀਦਾ ਹੈ, ਉੱਥੇ ਪਹੁੰਚਣਾ ਚਾਹੀਦਾ ਹੈ। ਸਤਿਕਾਰਯੋਗ ਮਹਾਂਪੁਰਖ ਵੀ 2 ਦਿਨ ਪਹਿਲਾਂ ਉੱਥੇ ਦਿੱਲੀ ਮੋਰਚੇ ਤੇ ਗਏ, ਤੇ ਪਿਆਰਿਓ ਇੰਨਾ ਲੋਕਾਂ ਦੇ ਵਿੱਚ ਉਤਸ਼ਾਹ ਹੈ। ਹੁਣ ਕੱਲਾ ਪੰਜਾਬ ਤੇ ਹਰਿਆਣਾ ਨਹੀਂ, ਸਾਰੇ ਦੇਸ਼ ਦੇ ਵਿੱਚੋਂ ਕਿਸਾਨ ਜਿਹੜੇ ਨੇ ਉਸ ਦਿੱਲੀ ਸੰਘਰਸ਼ ਦੇ ਵਿੱਚ, ਮੋਰਚੇ ਦੇ ਵਿੱਚ ਪਹੁੰਚ ਰਹੇ ਨੇ। ਕਿਉਂਕਿ ਜਦੋਂ ਵੀ ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੈ, ਜਿਵੇਂ ਦੀਵਾ ਜਦੋਂ ਬਲਦਾ ਹੈ, ਫਿਰ ਪਿਆਰਿਓ ਪਰਵਾਨਿਆਂ ਨੂੰ, ਪਤੰਗਿਆਂ ਨੂੰ ਸੱਦਣ ਦੀ ਲੋੜ ਨਹੀਂ ਪੈਂਦੀ, ਚਿੱਠੀਆਂ ਭੇਜਣ ਦੀ ਲੋੜ ਨਹੀਂ ਪੈਂਦੀ, ਆਪੇ ਹੀ ਉਹ ਖਿੱਚੇ ਆ ਜਾਂਦੇ ਨੇ। ਜੋ ਦੀਵਾ ਬਲਦਾ ਹੈ ਨਾ ਪਤੰਗੇ, ਤੇ ਜਿਹੜੇ ਹੱਕਾਂ ਦੇ ਤੇ ਸੱਚ ਦੇ ਆਸ਼ਿਕ ਹੁੰਦੇ ਨੇ, ਸਮੇਂ ਸਿਰ ਜਦੋਂ ਵੀ ਪਿਆਰਿਓ ਹੱਕ ਤੇ ਸੱਚ ਲਈ ਆਵਾਜ਼ ਬੁਲੰਦ ਹੁੰਦੀ ਹੈ, ਫਿਰ ਪਿਆਰਿਓ ਲੋਕ ਆਪਣੇ ਆਪ ਹੀ ਖਿੱਚੇ ਚਲੇ ਆਉਂਦੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ। ਹੁਣ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ, ਸਰਕਾਰ ਜਿਹੜੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਹੈ, ਲੋਕ ਹੀ ਸਰਕਾਰ ਬਣਾਉਂਦੇ ਨੇ। ਕਾਹਦੇ ਵਾਸਤੇ? ਲੋਕਾਂ ਦੀ ਸਹੂਲਤ ਵਾਸਤੇ, ਲੋਕਾਂ ਦੀ ਭਲਾਈ ਦੇ ਵਾਸਤੇ। ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਿੰਨਾ ਕਿਸਾਨਾਂ ਦੇ ਵਾਸਤੇ ਇਹ ਕਾਨੂੰਨ ਬਣਾਏ ਨੇ, ਤੇ ਉਹੀ ਕਿਸਾਨ ਕਹਿ ਰਹੇ ਨੇ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ, ਇਹ ਸਾਡੇ ਵਾਸਤੇ ਠੀਕ ਨਹੀਂ, ਫਿਰ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਇਹ ਗੱਲ। ਤੇ ਜਿਵੇਂ ਕਿਵੇਂ ਵੀ ਪਿਆਰਿਓ, ਭਾਵੇਂ ਆਪਾਂ ਘਰਾਂ ਦੇ ਵਿੱਚ ਆ, ਹਰੇਕ ਤਰੀਕੇ ਦੇ ਨਾਲ ਉਸ ਮੋਰਚੇ ਦੇ ਵਿੱਚ, ਉਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਆਪਾਂ ਹਿੱਸੇ ਪਾਈਏ। ਉੱਥੇ ਜਿਹੜੇ ਬਜ਼ੁਰਗ ਬੈਠੇ ਨੇ, ਨੌਜਵਾਨ ਵੀ ਨੇ, ਬੱਚੇ ਵੀ ਨੇ ਵਿੱਚ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਘਰਾਂ ਦੇ ਵਿੱਚ ਗੁਰਬਾਣੀ ਦੇ ਜਾਪ ਕਰੀਏ,
ਨਿਤਨੇਮ ਤੋਂ ਬਾਅਦ ਅਰਦਾਸਾਂ ਦੇ ਵਿੱਚ ਉਹਨਾਂ ਲਈ ਵੀ ਅਰਦਾਸ ਕਰੀਏ ਕਿ ਮਹਾਰਾਜ ਕਿਰਪਾ ਕਰਿਓ, ਸੰਗਤਾਂ ਦੇ ਅੰਗ ਸੰਗ ਸਹਾਈ ਹੋਇਓ ਤੇ ਮੋਰਚੇ ਦੇ ਵਿੱਚ ਫਤਿਹ ਬਖਸ਼ਿਓ। ਤੇ ਪਿਆਰਿਓ, ਇਹੀ ਸਾਡੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਕਿ ਨਾ ਹੀ ਕਿਸੇ ਦਾ ਹੱਕ ਮਾਰਨਾ ਤੇ ਜ਼ੁਲਮ ਦੇ ਖਿਲਾਫ ਜਦੋਂ ਕੋਈ ਧੱਕਾ ਕਰੇ ਨਾ ਤਾਂ ਫਿਰ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਈ ਦੋਸ਼ ਥੋੜੀ ਸੀ। ਮਹਾਰਾਜ ਨੇ ਸੱਚ ਦੀ ਆਵਾਜ਼ ਬੁਲੰਦ ਕੀਤੀ ਤੇ ਜ਼ਾਲਮਾਂ ਨੇ ਤਤੀ ਤਵੀ ਤੇ ਬਿਠਾਇਆ। ਤੇ ਵੇਖੋ ਹੁਣ ਆ ਜਿਹੜਾ ਪੋਹ ਦਾ ਮਹੀਨਾ ਵੀ ਸ਼ੁਰੂ ਹੋਣ ਵਾਲਾ ਹੈ, ਉਹ ਦਿਹਾੜੇ ਸ਼ਹੀਦੀ ਸ਼ੁਰੂ ਹੋਣ ਵਾਲੇ ਨੇ, ਜਿਨ੍ਹਾਂ ਦੀ ਸੰਸਾਰ ਦੇ ਵਿੱਚ ਦੂਜੀ ਕੋਈ ਮਿਸਾਲ ਹੀ ਹੈ ਨਹੀਂ। ਜੇ ਅੱਜ ਹਿੰਦੁਸਤਾਨ ਦੀ ਧਰਤੀ ਤੇ ਹਿੰਦੂ ਧਰਮ ਦੀ ਹੋਂਦ ਹੈ ਤੇ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਦੌਲਤ ਹੈ। ਭਾਵੇਂ ਅੱਜ ਉਹ ਮੰਨਣ ਭਾਵੇਂ ਨਾ ਮੰਨਣ, ਜੇ ਅੱਜ ਮੰਦਰ ਹਿੰਦੁਸਤਾਨ ਦੀ ਧਰਤੀ ਤੇ ਮੰਦਰਾਂ ਦੇ ਵਿੱਚ ਟੱਲ ਖੜਕਦੇ ਨੇ, ਆਰਤੀਆਂ ਹੁੰਦੀਆਂ ਨੇ, ਜੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਂਦਨੀ ਚੌਕ ਦੇ ਵਿੱਚ ਆਪਣਾ ਬਲੀਦਾਨ ਨਾ ਦਿੰਦੇ, ਨਾ ਇਹਨਾਂ ਦੇ ਮੰਦਰ ਲੱਭਣੇ ਸਨ, ਨਾ ਇਹਨਾਂ ਦੀਆਂ ਟੱਲੀਆਂ, ਪਤਾ ਹੀ ਨਹੀਂ, ਸਭ ਕੁਝ ਮੁੱਕ ਜਾਣਾ ਸੀ। ਤੇ ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ, ਕਿਸੇ ਨੇ ਬੜਾ ਸੋਹਣਾ ਲਿਖਿਆ, ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਇਹ ਸੱਚਾਈ ਹੈ। ਇਹ ਦੇਸ਼ ਦਾ ਨਾਮੋ ਨਿਸ਼ਾਨ ਮੁੱਕ ਜਾਣਾ ਸੀ ਜੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਗੁਰੂ ਪਿਤਾ ਨੂੰ ਦਿੱਲੀ ਵੱਲ ਨਾ ਤੋਰਦੇ। ਆਖਿਆ ਸੀ ਨਾ, ਜਦੋਂ ਪੰਡਤ ਰੋਂਦੇ ਆਏ ਅਨੰਦਪੁਰ ਸਾਹਿਬ ਦੀ ਧਰਤੀ ਤੇ, ਰੋਂਦੇ ਹੋਏ ਪੰਡਤਾਂ ਨੂੰ ਵੇਖਿਆ 9 ਸਾਲ ਦੀ ਉਮਰ ਦੇ ਵਿੱਚ, ਗੋਬਿੰਦ ਰਾਏ ਜੀ ਨੇ ਪੁੱਛਿਆ, ਪਿਤਾ ਜੀ ਇਹ ਕਿਉਂ ਰੋਂਦੇ ਨੇ? ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੱਸਦੇ ਨੇ, ਲਾਲ ਜੀ ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ। ਪਿਤਾ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ? ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਲਾਲ ਜੀ ਜੇ ਕੋਈ ਭਾਰੀ ਮਹਾਪੁਰਖ ਆਪਣੇ ਆਪ ਦਾ ਬਲੀਦਾਨ ਦੇਵੇਗਾ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ। ਤੇ 9 ਸਾਲ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਜੀ ਕਹਿਣ ਲੱਗੇ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਇਸ ਵੇਲੇ ਭਾਰੀ ਮਹਾਪੁਰਖ ਕੌਣ ਹੈ? ਤੇ ਆਪਣੇ ਹੱਥਾਂ ਦੇ ਨਾਲ 9 ਸਾਲ ਦੀ ਉਮਰ ਦੇ ਵਿੱਚ, ਪਿਤਾ ਜੀ ਕੋਈ ਗੱਲ ਨਹੀਂ, ਮੈਂ ਯਤੀਮ ਹੋ ਜਾ ਕੋਈ ਗੱਲ ਨਹੀਂ, ਪਰ ਮੇਰੇ ਇੱਕ ਯਤੀਮ ਹੋਣ ਦੇ ਨਾਲ ਜੇ ਲੱਖਾਂ ਹਿੰਦੂਆਂ ਦੇ ਬੱਚੇ ਯਤੀਮ ਹੋਣ ਤੋਂ ਬਚ ਜਾਣਗੇ ਤੇ ਮੈਨੂੰ ਯਤੀਮ ਹੋ ਲੈਣ ਦਿਓ। ਤੇ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਵਿਦਵਾਨ ਕਹਿੰਦਾ ਹੈ, इंसाफ करे जी में जमाना तो यकीन है कि गुरु गोबिंद का सानी ही नहीं है। करतार की सौगंध नानक की कसम है, जितनी भी हो गोबिंद की तारीफ
ਬਹੁ ਕਮ ਹੈ। ਪੜਿਓ ਸਾਰੇ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ। ਹੋਇਆ ਤੇ ਨਾ ਕੋਈ ਹੋਣਾ। ਹੋਇਆ ਤੇ ਨਾ ਕੋਈ ਹੋਣਾ। ਕੋਈ ਹੋਇਆ ਤੇ ਨਾ ਕੋਈ ਹੋਣਾ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਹੋਇਆ ਤੇ ਨਾ ਕੋਈ ਹੋਣਾ। ਕੋਈ ਹੋਇਆ ਤੇ ਨਾ ਕੋਈ ਹੋਣਾ। ਹੋਇਆ ਤੇ ਨਾ ਕੋਈ ਹੋਣਾ। ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਨਾ ਕੋਈ ਸੱਚੇ ਪਾਤਸ਼ਾਹ ਜੀ ਵਰਗਾ ਹੋਇਆ ਤੇ ਨਾ ਹੀ ਕੋਈ ਹੋਣਾ ਹੈ। ਜਿਨ੍ਹਾਂ ਨੇ ਕੌਮ ਦੇ ਵਿੱਚ ਇਹੋ ਜਿਹਾ ਜਜ਼ਬਾ ਭਰ ਦਿੱਤਾ ਜਦੋਂ ਵੀ ਸੰਸਾਰ ਦੇ ਵਿੱਚ ਜ਼ਾਬਰ ਜ਼ੁਲਮ ਕਰੇਗਾ ਨਾ ਤੇ ਉਦੋਂ ਹੀ ਪਿਆਰਿਓ ਖਾਲਸਾ ਜ਼ਾਲਮ ਦੇ ਜ਼ੁਲਮਾਂ ਦਾ ਟਾਕਰਾ ਕਰਨ ਵਾਸਤੇ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਤੇ ਆਪਣੀ ਜੋ ਵਿਚਾਰ ਅਰਦਾਸ ਗੁਰੂ ਦੇ ਚਰਨਾਂ ਦੇ ਵਿੱਚ ਬੰਦੇ ਨੂੰ ਸਾਰਾ ਕੁਝ ਯਾਦ ਹੈ ਕਿ ਮਰਨਾ ਹੈ, ਇਹ ਨਹੀਂ ਯਾਦ। ਹੋਰ ਤੇ ਪਤਾ ਨਹੀਂ ਕਿੰਨੀਆਂ ਚੀਜ਼ਾਂ ਆਪਾਂ ਦਿਮਾਗ ਦੇ ਵਿੱਚ ਯਾਦ ਕਰਨੇ ਰੱਖਦੇ ਆਂ, ਪਰ ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਕਿ ਪਰਮਾਤਮਾ ਹਰ ਇੱਕ ਥਾਂ ਤੇ ਆ। ਆਪਾਂ ਵੀ ਕਹਿੰਦੇ ਆ ਨਾ ਕਿ ਰੱਬ ਹਰ ਇੱਕ ਥਾਂ ਤੇ ਮੌਜੂਦ ਹੈ। ਜ਼ਰੇ ਜ਼ਰੇ ਦੇ ਵਿੱਚ, ਘਟ ਘਟ ਦੇ ਵਿੱਚ, ਹਰ ਸ਼ੈ ਦੇ ਵਿੱਚ, ਕਣ ਕਣ ਦੇ ਵਿੱਚ ਪਰਮਾਤਮਾ ਹੈ, ਪਰ ਦੋ ਥਾਵਾਂ ਤੇ ਨਹੀਂ। ਇੱਕ ਬੰਦੇ ਦੀ ਯਾਦ ਦੇ ਵਿੱਚ ਤੇ ਇੱਕ ਸਾਡੇ ਮਨ ਦੇ ਵਿੱਚ ਪਰਮਾਤਮਾ ਹੈ ਨਹੀਂ। ਵਿਸਾਰ ਦਿੱਤਾ ਸਾਡੇ ਚੇਤੇ ਦੇ ਵਿੱਚੋਂ। ਚੇਤੇ ਕਰਦਿਆਂ ਵੀ ਮਨ ਇੰਨਾ ਕੁ ਸੰਸਾਰ ਦੇ ਵਿੱਚ ਖੁੱਭ ਗਿਆ ਹੈ, ਰੱਬ ਨੂੰ ਚੇਤੇ ਕਰਦਿਆਂ ਵੀ ਰੱਬ ਸਾਡੇ ਚੇਤੇ ਦੇ ਵਿੱਚ ਨਹੀਂ ਹੁੰਦਾ। ਇੰਨੀ ਸੰਸਾਰ ਦੀ ਪਕੜ ਹੈ ਸਾਡੇ ਮਨ ਦੇ ਵਿੱਚ। ਬਾਣੀ ਪੜ੍ਹਦੇ ਆ ਪਰ ਅੰਦਰ ਫੁਰਨੇ ਸੰਸਾਰ ਵਾਲੇ ਚੱਲਦੇ ਨੇ। ਸੰਗਤ ਦੇ ਵਿੱਚ ਬੈਠੇ ਆ, ਹਰ ਜਸ ਕਰਦੇ ਪਏ ਆ, ਸੁਣਦੇ ਪਏ ਆ, ਅੰਦਰ ਸੰਸਾਰ ਦੀ ਇੰਨੀ ਜ਼ਿਆਦਾ ਪਕੜ ਹੈ, ਫੁਰਨਿਆਂ ਦੇ ਨਾਲ ਮਨ ਭਰਿਆ ਪਿਆ ਹੈ ਕਿ ਬੈਠੇ ਸੰਗਤ ਦੇ ਵਿੱਚ ਆ ਤੇ ਚੇਤੇ ਸੰਸਾਰ ਆਈ ਜਾਂਦਾ ਹੈ, ਚੇਤੇ ਪਰਿਵਾਰ ਆਈ ਜਾਂਦਾ ਹੈ,
ਚੇਤਾ ਪਤਾ ਨਹੀਂ ਸਾਡਾ ਕਿੱਥੇ ਕਿੱਥੇ ਪਹੁੰਚਿਆ ਹੋਇਆ ਹੈ। ਆਪਣੇ ਮਰਨੇ ਨੂੰ ਯਾਦ ਰੱਖੀਏ, ਇਹ ਯਾਦ ਰੱਖੀਏ, ਮਹਾਰਾਜ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਇਹ ਯਾਦ ਰੱਖੀਏ ਕਿ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਵਾਰ, ਕੋਹ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਮਹਾਰਾਜ ਕਹਿੰਦੇ ਕਿਹੜੇ ਭੁਲੇਖੇ ਦੇ ਵਿੱਚ ਹੈ ਬੰਦਿਆ, ਸੁਪਨੇ ਜਿਉ ਸੰਸਾਰ। ਜਿਵੇਂ ਆਪਾਂ ਸੁਪਨਾ ਦੇਖਦੇ ਆ ਨਾ ਨੀਂਦ ਦੇ ਵਿੱਚ ਸੁੱਤੇ ਹੁੰਨੇ ਆ, ਸੁਪਨਾ ਦੇਖਦੇ ਆ, ਜਿੰਨਾ ਚਿਰ ਨੀਂਦ ਦੇ ਵਿੱਚ ਆ ਸਭ ਕੁਝ ਸੱਚ ਲੱਗਦਾ ਹੈ, ਪਰ ਜਦੋਂ ਨੀਂਦ ਖੁੱਲਦੀ ਹੈ ਤੇ ਸਭ ਕੁਝ ਮੁੱਕ ਜਾਂਦਾ ਹੈ। ਇਸੇ ਤਰ੍ਹਾਂ ਹੀ ਜਿੰਨੀ ਦੇਰ ਤੱਕ ਪਿਆਰਿਓ ਇਸ ਸਰੀਰ ਦੇ ਵਿੱਚ ਸਾਹ ਚੱਲਦੇ ਨੇ, ਸਭ ਕੁਝ ਸੱਚ ਲੱਗ ਰਿਹਾ ਹੈ, ਪਰ ਹੈ ਨਹੀਂ ਸੱਚ, ਕਿਉਂਕਿ ਇੱਥੋਂ ਨਾਲ ਜਾਣ ਵਾਲਾ ਤੇ ਕੁਝ ਵੀ ਨਹੀਂ। ਲੱਗਦਾ ਸੱਚ ਹੈ, ਪਰ ਮਹਾਰਾਜ ਕਹਿੰਦੇ ਸੱਚ ਹੈ ਨਹੀਂ। ਮਹਾਰਾਜ ਕਹਿੰਦੇ ਇਹ ਤਾਂ ਰੇਤ ਦੀ ਕੰਧ ਦੀ ਤਰ੍ਹਾਂ ਹੈ। ਕਹਿ ਨਾਨਕ ਥਿਰ ਨਰ ਹੈ, ਜਿਉ ਬਾਲੂ ਕੀ ਭੀਂਤ। ਹੁਣ ਰੇਤ ਦੀ ਕੰਧ ਬਣਾਈ ਜਾਓ ਬਣਾਈ ਜਾਓ ਬਣਾਈ ਜਾਓ, ਉਹਦਾ ਕੋਈ ਭਰੋਸਾ ਹੈ ਕਿੰਨੀ ਦੇਰ ਤੱਕ ਥਿਰ ਰਹੇਗੀ? ਥੋੜੀ ਜੀ ਹਵਾ ਚੱਲਣੀ ਨਹੀਂ, ਉਹ ਹਵਾ ਦਾ ਬੁੱਲਾ ਆਇਆ ਨਹੀਂ ਤੇ ਇਹਨੇ ਢਹਿ ਜਾਣਾ। ਇਸੇ ਤਰ੍ਹਾਂ ਹੀ ਇਸ ਸਰੀਰ ਦਾ ਕੋਈ ਭਰੋਸਾ ਨਹੀਂ, ਜਿਹਦਾ ਅਸੀਂ ਮਾਣ ਕਰਦੇ ਆਂ, ਜਿਹਦੇ ਅਸੀਂ ਸੁੱਖ ਦੇ ਲਈ ਸਾਰੀ ਜ਼ਿੰਦਗੀ ਆਪਾਂ ਸਰੀਰ ਦੇ ਸੁੱਖ ਦੇ ਲਈ ਲਾ ਦਿੰਨੇ ਆ ਨਾ, ਮਨ ਵਾਲੇ ਪਾਸੇ ਤਾਂ ਤੁਰੇ ਹੀ ਨਹੀਂ। ਸਰੀਰ ਨੂੰ ਆਪਾਂ ਸੰਭਾਲ ਕੇ ਰੱਖਣੇ ਆ, ਰੱਖਣਾ ਚਾਹੀਦਾ। ਸੰਭਾਲੋ ਸਰੀਰ ਨੂੰ, ਇਸ ਸਰੀਰ ਨੂੰ ਸੰਭਾਲਣਾ ਚਾਹੀਦਾ, ਇਸ ਸਰੀਰ ਨੂੰ ਪਾਲਣਾ ਚਾਹੀਦਾ, ਪਰ ਕਾਦੇ ਵਾਸਤੇ? ਨਾਨਕ ਪ੍ਰਭ ਕੋ ਸਿਮਰਿਐ, ਇਸ ਦੇਹੀ ਕੋ ਪਾਲ। ਕਾਦੇ ਵਾਸਤੇ ਪਾਲਣਾ ਇਸ ਸਰੀਰ ਨੂੰ? ਕਾਦੇ ਵਾਸਤੇ ਇਸ ਸਰੀਰ ਨੂੰ ਸੰਭਾਲਣਾ? ਪਰਮਾਤਮਾ ਦਾ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ, ਸੰਗਤ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ। ਤੇ ਦੂਜੇ ਪਾਸੇ ਕਹਿੰਦੇ ਨੇ ਤ੍ਰਿਗ ਇਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਉਹਨਾਂ ਦਾ ਜਿਉਣਾ ਤ੍ਰਿਗ ਹੈ, ਜਿਹੜੇ ਬਸ ਖਾਣ ਵਾਸਤੇ ਹੀ ਜਿਉਂਦੇ ਨੇ, ਖਾਈ ਜਾਓ ਤੇ ਆਪਣਾ ਢਿੱਡ ਵਧਾਈ ਜਾਓ। ਮਹਾਰਾਜ ਕਹਿੰਦੇ ਇਹੋ ਜਿਹਾ ਜਿਉਣਾ ਤੇ ਤ੍ਰਿਗ ਹੈ, ਜਿਹੋ ਜੇ ਸੰਸਾਰ ਦੇ ਵਿੱਚ ਆਏ, ਜਿਹੋ ਜੇ ਨਾ ਆਏ, ਇੱਕੋ ਬਰਾਬਰ ਹੈ। ਖਾਂਦੇ ਪੀਂਦੇ ਤੇ ਫਿਰ ਪਸ਼ੂ ਵੀ ਨੇ, ਸਾਡੇ ਵਿੱਚ ਤੇ ਪਸ਼ੂਆਂ ਦੇ ਵਿੱਚ ਅੰਤਰ ਕੀ ਹੈ ਫਿਰ? ਮਹਾਰਾਜ ਕਹਿੰਦੇ ਨੇ ਭਾਈ ਚੇਤੇ ਕਰ, ਇਹ ਸੰਸਾਰ ਇੱਕ ਮੁਸਾਫਰ ਖਾਨਾ ਹੈ, ਸਦਾ ਵਾਸਤੇ ਨਹੀਂ ਇਹ ਸੰਸਾਰ ਦੇ ਵਿੱਚ ਰਹਿਣਾ। ਯਾਦ ਰੱਖ, ਇੱਕ ਦਿਨ ਮੌਤ ਦਾ ਨੰਗਾਰਾ ਜਿਹੜਾ ਹੈ ਨਾ ਤੇਰੇ ਸਿਰ ਤੇ ਆ ਕੇ ਵੱਜਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਜਦੋਂ ਬੈਰਾਗ ਦੀ ਅਵਸਥਾ ਦੇ ਵਿੱਚ ਨੇ, ਬਚਪਨ ਦੇ ਵਿੱਚ ਕਿਸੇ ਦੇ ਨਾਲ ਬੋਲਦੇ ਨਹੀਂ, ਕਿਸੇ ਦੇ ਨਾਲ ਹੱਸਦੇ ਨਹੀਂ, ਖਾਂਦੇ ਪੀਂਦੇ ਨਹੀਂ। ਤੇ ਪੁੱਛਿਆ ਮਹਾਰਾਜ ਦੱਸੋ ਹੋਇਆ ਕਿ ਮਾਤਾ ਪਿਤਾ ਨੂੰ ਫਿਕਰ ਹੋਈ? ਤੇ ਮਹਾਰਾਜ ਕਹਿੰਦੇ ਮਮਸਰ ਮੂਏ ਅਜ਼ਰਾਇਲ ਗ੍ਰਿਪਤੈ, ਦਿਲ ਹੇਚ ਨਾ ਦਾਨੀ। ਮਹਾਰਾਜ ਕਹਿੰਦੇ ਭਾਈ ਮੌਤ ਦੇ ਫਰਿਸ਼ਤੇ ਨੇ ਮੇਰੇ ਸਿਰ ਦੇ ਕੇਸਾਂ ਨੂੰ ਘੁੱਟ ਕੇ ਫੜਿਆ ਹੋਇਆ ਹੈ, ਭਾਵ ਕਿ ਮੌਤ ਮੇਰੇ ਸਿਰ ਤੇ ਖਲੋਤੀ ਹੈ, ਇੰਨੀ ਨੇੜੇ ਹੈ ਮੌਤ। ਮਹਾਰਾਜ ਤੇ ਇੱਥੋਂ ਤੱਕ ਬਾਣੀ ਦੇ ਵਿੱਚ ਕਹਿੰਦੇ ਨੇ ਮਰਨ ਲਿਖਾਏ ਮੰਡਲ ਮਹਿ ਆਏ। ਕਹਿੰਦੇ ਮੰਡਲ ਦੇ ਵਿੱਚ, ਸੰਸਾਰ ਦੇ ਵਿੱਚ ਬਾਅਦ ਵਿੱਚ ਅਸੀਂ ਆਏ, ਪਹਿਲਾਂ ਮਰਨਾ ਲਿਖਾ ਕੇ ਆਏ ਆ। ਮਰਨ ਲਿਖਾਏ
ਆਪਣੀ ਮੌਤ ਲੁਕਾ ਕੇ ਤੇ ਫਿਰ ਇਸ ਸੰਸਾਰ ਦੇ ਵਿੱਚ ਆਏ ਆ। ਤੇ ਹੁਣ ਪਿਆਰਿਓ, ਜੇ ਮਨੁੱਖਾ ਜਨਮ ਸਾਨੂੰ ਮਿਲਿਆ ਹੈ, ਇਹਦਾ ਕੋਈ ਨਾ ਕੋਈ ਏਮ ਤੇ ਹੋਏਗਾ ਹੀ। ਏਦਾਂ ਨਹੀਂ ਕਿ ਰਹਿਣ ਗਵਾਈ ਸੋਏ ਕੈ ਨਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਮੈਂ ਕੋਡੀ ਬਦਲੇ ਜਾਏ। ਮਹਾਰਾਜ ਕਹਿੰਦੇ ਹੀਰੇ ਵਰਗਾ ਜਨਮ ਹੈ, ਕੋਡੀਆਂ ਬਦਲੇ ਜਾ ਰਿਹਾ ਹੈ, ਕਿਉਂਕਿ ਸਾਨੂੰ ਸਮਝ ਨਹੀਂ ਨਾ। ਹੁਣ ਹੀਰਾ ਦੀ ਪਰਖ ਕੌਣ ਕਰ ਸਕਦਾ ਹੈ? ਹੀਰੇ ਦੀ ਪਰਖ ਕਿਹਨੂੰ ਹੈ? ਜਿਹੜਾ ਜੋਹਰੀ ਹੁੰਦਾ ਹੈ। ਸੋਨੇ ਦੀ ਪਰਖ ਕਿਹਨੂੰ ਹੈ? ਸੁਨਿਆਰੇ ਨੂੰ। ਸੋਨਾ ਤੇ ਪਿੱਤਲ ਪਿਆਰਿਓ ਦੋਵੇਂ ਸਾਹਮਣੇ ਰੱਖ ਦੋ ਤੇ ਆਮ ਬੰਦੇ ਨੂੰ ਨਹੀਂ ਛੇਤੀ ਕੀਤਿਆਂ ਪਤਾ ਲੱਗਦਾ ਕਿ ਇਹ ਸੋਨਾ ਹੈ ਕਿ ਪਿੱਤਲ ਹੈ। ਪਰ ਜਿਹੜਾ ਪਾਰਖੂ ਹੁੰਦਾ ਹੈ, ਜਿਹਨੂੰ ਪਰਖ ਹੈ, ਉਹ ਦੂਰੋਂ ਪਛਾਣ ਲੈਂਦਾ ਹੈ ਕਿ ਆਹ ਸੋਨਾ ਹੈ, ਆਹ ਪਿੱਤਲ ਹੈ। ਤੇ ਮਹਾਰਾਜ ਕਹਿੰਦੇ ਇਹ ਜਨਮ ਵੀ ਹੀਰੇ ਦੀ ਤਰ੍ਹਾਂ ਅਮੋਲਕ ਹੈ, ਪਰ ਅਸੀਂ ਪਾਰਖੂ ਨਹੀਂ ਨਾ ਬਣੇ, ਸਾਨੂੰ ਪਰਖ ਹੀ ਨਹੀਂ। ਅਸੀਂ ਤੇ ਲੰਘਾਈ ਜਾਂਦੇ, ਖਾ ਲੋ ਪੀ ਲੋ ਸੋਣੋ, ਇਹੀ ਕਹਿੰਦੇ ਆ ਇਹ ਜਗ ਮਿੱਠਾ ਅਗਲਾ ਕਿੰਨੇ ਡਿੱਠਾ। ਇਹੀ ਸਾਡੀ ਧਾਰਨਾ ਬਣੀ ਹੋਈ ਹੈ ਕਿ ਇੱਥੇ ਜਿੰਨੇ ਨਜ਼ਾਰੇ ਲਏ ਜਾਂਦੇ ਨੇ ਲੈ ਲੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੇਖੋ ਕਿੰਨਾ ਸੌਖਾ ਰਾਹ ਸਾਨੂੰ ਦੱਸ ਕੇ ਗਏ ਇਸ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਣ ਦਾ। ਮਹਾਰਾਜ ਕਹਿੰਦੇ ਪਰਿਵਾਰ ਦੇ ਵਿੱਚ ਰਹਿ, ਸੰਸਾਰ ਦੇ ਵਿੱਚ ਰਹਿ, ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾ, ਬੱਚਿਆਂ ਦੇ ਵਿੱਚ ਰਹਿ। ਪਰ ਕਿੰਨਾ ਸੌਖਾ ਰਾਹ ਕਰ ਗਏ, ਵਹਿਮਾਂ ਦੇ ਵਿੱਚੋਂ, ਭਰਮਾਂ ਦੇ ਵਿੱਚੋਂ, ਕਰਮਾਂ ਕਾਂਡਾਂ ਦੇ ਵਿੱਚੋਂ, ਪਖੰਡਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਕੱਢ ਗਏ ਸਾਨੂੰ। ਇੰਨਾ ਹੌਲਾ ਕਰਕੇ ਗਏ ਸਾਨੂੰ। ਪਰ ਪਿਆਰਿਓ ਅਸੀਂ ਫਿਰ ਪਤਾ ਨਹੀਂ ਕਿੰਨਾ ਕੁ ਭਾਰ ਆਪਣੀ ਸੁਰਤ ਦੇ ਉੱਤੇ ਚੁੱਕੀ ਫਿਰਦੇ ਆ। ਜਿੰਨਾ ਵਹਿਮਾਂ ਭਰਮਾਂ ਦੇ ਵਿੱਚੋਂ, ਕਰਮਾਂ ਕਾਂਡਾਂ ਦੇ ਵਿੱਚੋਂ ਸਾਡੇ ਬਾਬੇ ਨਾਨਕ ਨੇ ਸਾਨੂੰ ਕੱਢਿਆ, ਅੱਜ ਫਿਰ ਉਹਨਾਂ ਵਹਿਮਾਂ ਭਰਮਾਂ ਤੇ ਕਰਮਾਂ ਕਾਂਡਾਂ ਦੇ ਵਿੱਚ ਅਸੀਂ ਫਸੇ ਖਲੋਤੇ ਆ। ਪਖੰਡਾਂ ਦੇ ਵਿੱਚੋਂ ਕੱਢਿਆ, ਪਰ ਅੱਜ ਜਿੰਨੇ ਪਖੰਡ ਸਾਡੇ ਕੋਲ ਨੇ ਦੱਸੇ ਨਹੀਂ ਜਾ ਸਕਦੇ। ਗੁਰੂ ਦੀ ਖੁਸ਼ੀ ਪਿਆਰਿਓ ਉਦੋਂ ਮਿਲਦੀ ਹੈ, ਯਾਦ ਰੱਖਿਓ। ਮਹਾਰਾਜ ਕਹਿੰਦੇ ਨੇ ਗੁਰਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਮਹਾਰਾਜ ਕਹਿੰਦੇ ਨੇ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਆਪਣੇ ਜੀਵਨ ਦੇ ਵਿੱਚ ਮੰਨ, ਫਿਰ ਤੇਰੇ ਜੀਵਨ ਦੇ ਵਿੱਚ ਜਿਹੜਾ ਰੰਗ ਚੜੇਗਾ ਗੁਰੂ ਦੇ ਨਾਮ ਵਾਲਾ, ਗੁਰੂ ਦੇ ਪਿਆਰ ਵਾਲਾ, ਉਹਦੀ ਪ੍ਰੀਤ ਵਾਲਾ, ਉਹ ਸੰਸਾਰ ਤੋਂ ਵੱਖਰਾ ਰੰਗ ਹੈ। ਸਿੱਖ ਦਾ ਜੀਵਨ ਹੈ, ਜਿੰਨੀ ਵੀ ਗੁਰਬਾਣੀ ਤੁਸੀਂ ਪੜ੍ਹ ਲੋਗੇ, ਗੁਰਬਾਣੀ ਇਹੀ ਗੱਲ ਆਖਦੀ ਹੈ, ਜੇ ਨਾਮ ਜਪਣੇ ਆਪਾਂ ਜਾਂ ਸੇਵਾ ਕਰਦੇ ਆ, ਸਿੱਖ ਦਾ ਜੀਵਨ ਨੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਚੱਲਣਾ। ਜਪਜੀ ਸਾਹਿਬ ਦੀ ਪਹਿਲੀ ਪੌੜੀ ਆਪਾਂ ਅੱਗੇ ਪਤਾ ਨਹੀਂ ਕਿੰਨੀ ਵਾਰ ਇਹ ਵਿਚਾਰ ਕੀਤੀ ਹੈ। ਮਹਾਰਾਜ ਕਹਿੰਦੇ ਨੇ ਤਾਂ ਸਚਿਆਰ ਹੋਵਾਂਗੇ ਉਹਦੇ ਦਰ ਤੇ, ਤਾਂ ਸਾਡੇ ਅੰਦਰ ਜਿਹੜੀ ਭਰਮਾਂ ਦੀ ਸਾਡੇ ਤੇ ਰੱਬ ਦੇ ਵਿੱਚ ਅੰਦਰ, ਰੱਬ ਸਾਡੇ ਅੰਦਰ ਹੈ ਪਰ ਕਦੀ ਨਜ਼ਰ ਨਹੀਂ ਆਉਂਦਾ, ਹੈ ਤੇ ਸਾਡੇ ਅੰਦਰ ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਰੱਬ ਸਾਡੇ ਅੰਦਰ ਹੈ ਪਰ ਸਾਨੂੰ ਦਿਸਦਾ ਕਿਉਂ ਨਹੀਂ? ਕਿਉਂਕਿ ਅੰਦਰ ਭਰਮਾਂ ਦੀ ਕੰਧ ਹੈ। ਅਸੀਂ ਤੇ ਮੈਂ ਕਰਦੇ ਆ, ਆ ਵੀ ਮੇਰਾ, ਉਹ ਵੀ ਮੇਰਾ, ਸਾਰੀ ਜ਼ਿੰਦਗੀ ਮੇਰੀ ਮੇਰੀ ਕਰਦਿਆਂ ਲੰਘ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਨੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਉਦੋਂ ਤੱਕ ਕੋਈ ਕਾਜ ਨਹੀਂ ਸੁਰਦਾ ਜਿੰਨੀ ਦੇਰ ਤੱਕ ਬੰਦਾ ਮੇਰੀ ਮੇਰੀ ਕਰਦਾ ਨਾ, ਮੇਰੀ ਮੇਰੀ ਕਰਦੇ। ਤੇ ਇੱਥੇ ਦੁਰਯੋਧਨ ਵਰਗੇ ਆਏ ਪਰ ਪਤਾ ਨਹੀਂ ਲੱਗਿਆ ਕਿੱਥੇ ਚਲ ਗਏ। ਰਾਵਣ ਵਰਗੇ ਜਿੰਦੀ ਸਾਰੀ ਲੰਕਾ ਸੋਨੇ ਦੀ ਸੀ,
ਅੱਜ ਪਤਾ ਨਹੀਂ ਕਿੱਥੇ ਗਏ। ਚਲੇ ਅਸੀਂ ਵੀ ਜਾਣਾ ਹੈ, ਪਰ ਉਹੀ ਪਿਆਰਿਓ ਸਮਾਂ ਸਾਡੀ ਜ਼ਿੰਦਗੀ ਦਾ ਲੇਖੇ ਦੇ ਵਿੱਚ ਪੈਣਾ, ਜਿਹੜਾ ਸਮਾਂ ਗੁਰੂ ਗੁਰੂ ਜਪਦਿਆਂ ਆਪਾਂ ਜ਼ਿੰਦਗੀ ਦੇ ਵਿੱਚ ਗੁਜ਼ਾਰਿਆ ਹੋਏਗਾ। ਤੇ ਸਮੇਂ ਦੀ ਸੰਭਾਲ ਕਰੀਏ। ਮਹਾਰਾਜ ਕਹਿੰਦੇ ਨੇ, ਸਾਹਿਬ ਲੇਖਾ ਮੰਗਸੀ ਦੁਨੀਆ ਦੇਖਣਾ ਭੂਲ ਭੁੱਲਣਾ। ਇਹ ਦੁਨੀਆ ਨੂੰ ਵੇਖ ਕੇ, ਇਹ ਸੰਸਾਰ ਨੂੰ ਵੇਖ ਕੇ, ਰੰਗ ਤਮਾਸ਼ੇ ਵੇਖ ਕੇ ਐਵੇਂ ਯਾਦ ਰੱਖ, ਕੱਲੇ ਹੋਏ ਮਾਲਕ ਦੇ ਆਏ ਆ। ਜਦੋਂ ਸੱਦਾ ਆਉਣਾ ਫਿਰ ਜਾਣਾ ਪੈਣਾ। ਜਿੰਨੇ ਭੇਜਿਆ ਉਹਨੇ ਫਿਰ ਪੁੱਛਣਾ ਵੀ ਹੈ। ਮਾਤਾ ਪਿਤਾ ਜਦੋਂ ਘਰੋਂ ਤੋਰਦੇ ਨੇ ਨਾ, 4 ਪੈਸੇ ਦੇ ਕੇ ਤੋਰਦੇ ਨੇ, ਜਦੋਂ ਸ਼ਾਮ ਨੂੰ ਘਰ ਵਾਪਸ ਆਈਏ ਪੁੱਛਦੇ ਨੇ, ਜਿੰਨੇ ਪੈਸੇ ਲੈ ਕੇ ਗਿਆ ਸੀ ਕਿੱਥੇ ਖਰਚ ਕੇ ਆਇਆ, ਪੁੱਛਦੇ ਨੇ ਨਾ। ਪਰਿਵਾਰਾਂ ਦੇ ਵਿੱਚ ਮਾਪੇ ਪੁੱਛਦੇ ਨੇ। ਇਸੇ ਤਰ੍ਹਾਂ ਹੀ ਸਾਡਾ ਮਾਤਾ ਪਿਤਾ ਉਹ ਵਾਹਿਗੁਰੂ ਜੀ ਦੇ ਘਰ ਚੋਂ ਅਸੀਂ ਸਾਰੇ ਆਏ ਆ। ਉਹਨੇ ਭੇਜਿਆ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਉਹਦੇ ਕੱਲੇ ਹੋਏ ਆਏ ਆ। ਜਦੋਂ ਸੱਦਾ ਆਇਆ ਉਦੋਂ ਜਾਣਾ ਪੈਣਾ। ਤੇ ਜਿੰਨੇ ਭੇਜਿਆ ਫਿਰ ਪਿਆਰਿਓ ਉਹਨੇ ਪੁੱਛਣਾ ਹੈ, ਕਿਆ ਤੈ ਖਟਿਆ ਕਹਾਂ ਗਵਾਇਆ। ਦੱਸ ਕੀ ਖੱਟ ਕੇ ਆਏ ਤੇ ਕੀ ਗਵਾ ਕੇ ਆਇਆ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਤੇ ਮਹਾਰਾਜ ਕਹਿੰਦੇ ਨੇ, ਹੀਰੇ ਵਰਗਾ ਜਨਮ ਹੈ। ਭਗਤ ਭੀਖਾ ਜੀ ਦਾ ਇੱਕ ਬਚਨ ਹੁੰਦਾ ਹੈ, ਉਹ ਕਹਿੰਦੇ, ਭੀਖਾ ਭੂਖਾ ਕੋਈ ਨਹੀਂ, ਸਭ ਕੀ ਗਠੜੀ ਲਾਲ। ਗਠੜੀ ਖੋਲ ਨਾ ਜਾਣਦਾ, ਤਾਤੇ ਭਇਆ ਕੰਗਾਲ। ਕਹਿੰਦੇ ਭੁੱਖਾ ਇੱਥੇ ਕੋਈ ਨਹੀਂ, ਸਾਰਿਆਂ ਦੀ ਗਠੜੀ ਦੇ ਵਿੱਚ ਲਾਲ ਹੈ। ਲਾਲ ਕਿਹੜਾ? ਰੱਬ ਸਾਡੇ ਅੰਦਰ ਹੈ। ਗਠੜੀ ਖੋਲਣਾ ਜਾਣਦਾ। ਹੁਣ ਕਦੀ ਅਸੀਂ ਅੱਖਾਂ ਬੰਦ ਕਰਕੇ ਤੇ ਅੰਦਰ ਗਏ ਨਹੀਂ। ਅੱਖਾਂ ਬੰਦ ਕਰਦੇ ਆ। ਇਹਨਾਂ ਅੱਖਾਂ ਦੇ ਨਾਲ ਹੀ ਪਿਆਰਿਓ, ਜਦੋਂ ਅੱਖਾਂ ਖੁੱਲੀਆਂ ਨੇ ਸੰਸਾਰ ਨਜ਼ਰ ਆਉਂਦਾ। ਯਾਦ ਰੱਖਿਓ, ਅੱਖਾਂ ਨੂੰ ਬੰਦ ਕਰਕੇ ਹੀ ਅਭਿਆਸ ਕਰਦਿਆਂ ਕਰਦਿਆਂ ਇਹਨਾਂ ਅੱਖਾਂ ਦੇ ਨਾਲ ਅਸੀਂ ਆਪਣੇ ਅੰਦਰ ਨਿਰੰਕਾਰ ਨੂੰ ਵੇਖਣਾ ਹੈ। ਜੇ ਸੰਸਾਰ ਦੇ ਨਾਲ ਜੁੜੀਆਂ ਨੇ, ਸੰਸਾਰ ਨਜ਼ਰ ਆਏਗਾ। ਜਿਸ ਦਿਨ ਇਹ ਗੁਰਬਾਣੀ ਦੇ ਨਾਲ, ਗੁਰੂ ਸ਼ਬਦ ਦੇ ਨਾਲ ਜੁੜ ਕੇ ਬੰਦ ਹੋਣ ਲੱਗ ਪਈਆਂ, ਫਿਰ ਪਿਆਰਿਓ ਇਹਨਾਂ ਅੱਖਾਂ ਦੇ ਰਾਹੀਂ ਆਪਣੇ ਅੰਦਰ ਨਿਰੰਕਾਰ ਦੇ ਦਰਸ਼ਨ ਹੋਣਗੇ, ਦੀਦਾਰ ਹੋਣਗੇ। ਸਾਧ ਸੰਗ ਅੰਤਰ ਪ੍ਰਭ ਡੀਠਾ। ਸਾਧ ਸੰਗਤ ਕਰਕੇ, ਸਤਿਗੁਰ ਦੀ ਸੰਗਤ ਕਰਕੇ, ਮਹਾਂਪੁਰਖਾਂ ਦੀ ਰੰਗਿਆਂ ਹੋਇਆਂ ਦੀ ਸੰਗਤ ਕਰਕੇ ਅੰਤਰ ਪ੍ਰਭ ਡੀਠਾ। ਮਹਾਰਾਜ ਕਹਿੰਦੇ ਅੰਦਰ ਹੀ ਪ੍ਰਭ ਦੇ ਦਰਸ਼ਨ ਹੋਣੇ ਨੇ, ਦੀਦਾਰ ਹੋਣੇ ਨੇ। ਤੇ ਜਦੋਂ ਦੀਦਾਰ ਹੋ ਗਏ ਫਿਰ ਹੋਏਗਾ ਕਿ ਨਾਮ ਪ੍ਰਭੂ ਕਾ ਲਾਗਾ ਮੀਠਾ। ਫਿਰ ਨਾਮ ਜਿਹੜਾ ਹੈ ਨਾ ਉਹ ਮਿੱਠਾ ਮਿੱਠਾ ਲੱਗੇਗਾ। ਜੇ ਮਿੱਠਾ ਨਹੀਂ ਨਾ ਲੱਗਦਾ, ਹੁਣ ਆਪਾਂ ਬੈਠੇ ਆ ਤੇ ਮਨ ਕਾਲਾ ਪੈਂਦਾ, ਕਦੋਂ ਭੋਗ ਪਏਗਾ, ਕਦੋਂ ਕੰਮ ਨਿਬੜੇਗਾ, ਅਰਦਾਸ ਹੋਏਗੀ ਤੇ ਚੱਲੀਏ। ਅਜੇ ਮਿੱਠਾ ਨਹੀਂ ਲੱਗਦਾ। ਇਹ ਸੱਚਾਈ ਹੈ। ਜਿੰਨੇ ਵੀ ਆਪਾਂ ਸਾਰੇ ਬੈਠੇ ਆ, ਲੱਖਾਂ ਦੇ ਵਿੱਚੋਂ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੁੰਦਾ, ਇੱਕ ਹੁੰਦਾ ਹੈ ਜਿਹਦੀ ਇਹ ਅਵਸਥਾ ਬਣ ਗਈ ਹੋਏਗੀ, ਜਿਹਨੂੰ ਨਾਮ ਮਿੱਠਾ ਲੱਗਦਾ ਹੋਏਗਾ। ਨਹੀਂ ਤੇ ਅਜੇ ਤਾਂ ਅਸੀਂ ਆਪਾਂ ਸਾਰੇ ਹੀ ਧੱਕਾ ਕਰਦੇ ਆਂ, ਬਾਣੀ ਪੜ੍ਹ ਲਈਏ, ਨਾਮ ਜਪ ਲਈਏ, ਗੁਰਦੁਆਰੇ ਚੱਲੀਏ, ਧੱਕਾ ਕਰਨੇ ਆ ਨਾ ਮਨ ਦੇ ਨਾਲ। ਪਰ ਮਨ ਦੇ ਨਾਲ ਪਿਆਰਿਓ ਪਹਿਲਾਂ ਹੱਠ ਹੀ ਕਰਨਾ ਪੈਂਦਾ ਹੈ। ਹੱਠ ਕਰਾਂਗੇ, ਹੱਠ ਕਰਦਿਆਂ ਕਰਦਿਆਂ, ਨੇਮ ਨੂੰ ਨਿਭਾਉਂਦਿਆਂ ਨਿਭਾਉਂਦਿਆਂ ਹੀ ਪਿਆਰਿਓ ਨੇਮ ਦੇ ਵਿੱਚੋਂ ਪ੍ਰੇਮ ਦਾ ਜਨਮ ਹੁੰਦਾ ਹੈ। ਜੇ ਆਪਾਂ ਕਹਿੰਦੇ ਨਾ ਸਿੱਧਾ ਹੀ ਪ੍ਰੇਮ ਬਣ ਜੇ, ਨਾ, ਪਹਿਲਾਂ ਨੇਮ ਬਣਾਉਣਾ ਪਏਗਾ। ਨੇਮ ਜਦੋਂ ਬਣਾਓਗੇ, ਅੰਮ੍ਰਿਤ ਵੇਲੇ ਉੱਠੋਗੇ, ਇਸ਼ਨਾਨ ਕਰਕੇ ਨਿਤਨੇਮ ਕਰੋਗੇ। ਨਿਤਨੇਮ ਨੂੰ ਕਰਦਿਆਂ 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 ਕਦੋਂ ਗੁਰੂ ਨੇ ਕਿਰਪਾ ਕਰ ਦੇਣੀ ਹੈ, ਨੇਮ ਦੇ ਵਿੱਚੋਂ ਪ੍ਰੇਮ ਦਾ ਜਨਮ ਹੋ ਜਾਏਗਾ। ਜਦੋਂ ਪ੍ਰੇਮ ਦਾ ਜਨਮ ਹੋ ਗਿਆ, ਪ੍ਰੇਮ ਦੇ ਵਿੱਚੋਂ ਫਿਰ ਪਿਆਰਿਓ ਬੈਰਾਗ ਪੈਦਾ ਹੋਏਗਾ। ਬੈਰਾਗ ਦੇ ਵਿੱਚੋਂ ਫਿਰ ਉਹਦੇ ਦਰਸ਼ਨਾਂ ਦੀ ਤੜਫ ਲੱਗਦੀ ਹੈ। ਪਰ ਇਹ ਗੱਲਾਂ
ਅਜੇ ਸਮਝ ਦੇ ਵਿੱਚ ਨਹੀਂ ਆਉਂਦੀਆਂ। ਜਿਹਨੂੰ ਲਗਨ ਲੱਗੀ ਹੋਏਗੀ, ਜਿਹਨੂੰ ਤੜਪ ਅੰਦਰ ਹੋਏਗੀ, ਉਹ ਇਸ ਗੱਲਾਂ ਨੂੰ ਸਮਝ ਸਕਦਾ ਨਹੀਂ ਤੇ ਉੱਤੋਂ ਹੀ ਲੰਘ ਜਾਂਦੀਆਂ ਨੇ। ਬਾਬੇ ਨਾਨਕ ਦੀ ਅਵਸਥਾ ਨੂੰ ਵੇਖ ਕੇ ਦੁਨੀਆ ਨੇ ਤੇ ਇਹੀ ਆਖਿਆ ਸੀ ਨਾ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਜਦੋਂ ਮਹਾਰਾਜ ਆਪਣੀ ਮੌਜ ਦੇ ਵਿੱਚ ਵਿਚਰਦੇ ਨੇ, ਪਰਮਾਤਮਾ ਦੀਆਂ ਰੰਗਾਂ ਦੇ ਵਿੱਚ ਵਿਚਰਦੇ ਨੇ, ਤੇ ਵੇਖਣ ਵਾਲਿਆਂ ਨੇ ਆਖਿਆ ਇਹ ਕੁਰਾਈਏ ਨੇ, ਇਹ ਬੇਤਾਲੇ ਨੇ, ਕਿਉਂਕਿ ਦੁਨੀਆ ਦੇ ਕੋਲ ਉਹ ਨਜ਼ਰ ਨਹੀਂ, ਉਹ ਅੱਖ ਨਹੀਂ ਜਿਹੜੀ ਪਛਾਣ ਸਕੇ ਇੱਕ ਸਾਧੂ ਦੀ, ਇੱਕ ਗੁਰਸਿੱਖ ਦੀ, ਇੱਕ ਗੁਰਮੁਖ ਦੀ ਅੰਦਰ ਦੀ ਅਵਸਥਾ ਕੀ ਹੈ। ਸੋ ਮਹਾਰਾਜ ਕਹਿੰਦੇ ਅੰਦਰ ਲਾਲ ਹੈ, ਪਰ ਅਸੀਂ ਕਦੀ ਗੰਢ ਖੋਲਦੇ ਹੀ ਨਹੀਂ, ਆਪਣੇ ਅੰਦਰ ਜਾਂਦੇ ਹੀ ਨਹੀਂ। ਮਹਾਰਾਜ ਕਹਿੰਦੇ ਨੇ ਜੋ ਖੋਜੈ ਸੋ ਪਾਵੈ। ਪ੍ਰਾਪਤੀ ਕਿੰਨਾਂ ਨੂੰ ਹੁੰਦੀ ਹੈ? ਜਿਹੜੇ ਖੋਜਣਗੇ ਆਪਣੇ ਅੰਦਰ ਨੂੰ, ਉਹੀ ਪਾਉਣਗੇ ਨਾ। ਉਹਨਾਂ ਅੰਦਰ ਬੜਾ ਕੀਮਤੀ ਖਜ਼ਾਨਾ ਹੈ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਥੇ ਗੱਲ ਕੀਤੀ ਹੈ ਅੰਦਰ ਮਾਨਕ ਨੇ, ਕੀਮਤੀ ਜਵਾਹਰ ਨੇ, ਲਾਲ ਨੇ, ਹੀਰੇ ਮੋਤੀ ਨੇ, ਗੁਣਾ ਰੂਪੀ। ਪਰ ਉਹ ਪ੍ਰਗਟ ਕਦੋਂ ਹੋਣਗੇ ਅੰਦਰੋਂ? ਜਦੋਂ ਗੁਰੂ ਦੀ ਸਿੱਖਿਆ ਨੂੰ ਆਪਾਂ ਮਨ ਕਰਕੇ ਸੁਣਾਂਗੇ। ਕੰਨਾਂ ਦੇ ਨਾਲ ਤੇ ਸੁਣਦਿਆਂ ਜ਼ਿੰਦਗੀ ਲੰਘ ਚੱਲੀ ਹੈ, ਪਰ ਮਨ ਨਹੀਂ ਨਾ ਸੁਣਦਾ। ਜਿਸ ਦਿਨ ਮਨ ਸੁਣੇਗਾ ਫਿਰ ਪਿਆਰਿਓ ਅੰਦਰੋਂ ਖਜ਼ਾਨਾ ਪ੍ਰਗਟ ਹੋ ਜਾਏਗਾ। ਨਹੀਂ ਤੇ ਕੰਗਾਲਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਰੋਂਦਿਆਂ ਦੀ ਲੰਘ ਜਾਂਦੀ ਹੈ ਨਾ, ਮਨ ਰੱਜਦਾ ਹੀ ਨਹੀਂ। ਇੱਕ ਚੀਜ਼ ਮਿਲ ਜੇ ਤੇ 10 ਫੁਰਨੇ ਹੋਰ ਖੜੇ ਹੋ ਜਾਂਦੇ ਨੇ, ਨਹੀਂ ਆ ਵੀ ਚਾਹੀਦਾ, ਆ ਵੀ ਚਾਹੀਦਾ। 10 ਮਿਲਦੀਆਂ ਨੇ, ਫਿਰ 100 ਹੋਰ ਮੰਗਾ ਮਨ ਦੇ ਵਿੱਚ ਬਣ ਜਾਂਦੀਆਂ ਨੇ। 100 ਪੂਰੀਆਂ ਹੁੰਦੀਆਂ ਨੇ, 1000 ਖੜੀਆਂ ਹੋ ਜਾਂਦੀਆਂ ਨੇ। ਇਦਾਂ ਹੀ ਜ਼ਿੰਦਗੀ ਲੰਘ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਭਾਈ ਸਮੇਂ ਦੀ ਸੰਭਾਲ ਕਰ। ਹੀਰਾ ਜਨਮ ਅਮੋਲਕ ਤੇਰਾ, ਹੀਰੇ ਵਰਗਾ ਮੋਲਕ ਜਨਮ ਹੈ। ਗੁਰਬਾਣੀ ਤੋਂ ਰੋਸ਼ਨੀ ਲੈ ਕੇ ਪਾਰਖੂ ਬਨ, ਪਰ ਕੇ ਵੇਖ ਇਹ ਜਨਮ ਕਿੰਨਾ ਕੁ ਅਮੋਲਕ ਹੈ। ਹੀਰਾ ਜਨਮ ਅਮੋਲਕ ਤੇਰਾ, ਲੰਘਦਾ ਜਾ ਰਿਹਾ, ਸੰਭਾਲ ਲੈ। ਦਿਨੋਂ ਦਿਨ ਜਾਵੇ ਬੀਤਦਾ, ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਹੀਰਾ ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਹੀਰਾ ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਜਨਮ ਅਮੋਲਕ ਤੇਰਾ, ਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਜਨਮ ਅਮੋਲਕ ਤੇਰਾ, ਦਿਨੋਂ ਦਿਨ ਜਾਵੇ ਬੀਤਦਾ। ਹੀਰਾ ਜਨਮ
ਭਾਈ ਸੰਭਾਲ ਲੈ। ਆਓ ਸੰਗਤ ਜੀ, ਮਹਾਂਪੁਰਖ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਗਏ ਨੇ। ਇੱਥੇ ਹੀ ਹੁਣ ਆਪਾਂ ਸਮਾਪਤੀ ਕਰ ਦੇਣੀ ਹੈ। ਮਹਾਰਾਜ ਕਹਿੰਦੇ ਸਮਾਂ ਲੰਘਦਾ ਜਾ ਰਿਹਾ, ਵੇਲਾ ਲੰਘਦਾ ਜਾ ਰਿਹਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੇ ਬਾਰ। ਇਹ ਬਾਰ-ਬਾਰ ਨਹੀਂ ਮਿਲਣਾ ਜਨਮ। ਜਿਉਂ ਬਨ ਫਲ ਪਾਕੇ ਭੋਏ ਗਿਰਹੇ, ਬੋਹਰ ਨਾ ਲਾਗੇ ਡਾਰ। ਜਿਵੇਂ ਫਲ ਪੱਕ ਕੇ ਟੁੱਟ ਕੇ ਧਰਤੀ ਤੇ ਡਿੱਗ ਜਾਵੇ, ਦੁਬਾਰਾ ਨਹੀਂ ਨਾ ਜੁੜਦਾ। ਇਸੇ ਤਰ੍ਹਾਂ ਹੀ ਜੇ ਮਨੁੱਖਾ ਜਨਮ ਨਾਮ ਤੋਂ ਵਾਂਝਾ ਲੰਘ ਗਿਆ ਤੇ ਮਹਾਰਾਜ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁੱਕੇ, ਆਏ ਜਾਏ ਦੁੱਖ ਪਾਏਂਦਾ। ਫਿਰ ਉਸੇ ਹੀ 84 ਗੇੜ ਦੇ ਵਿੱਚ ਪਿਆਰਿਓ ਭਟਕਣਾ ਪੈਣਾ ਹੈ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਇੱਕ ਵਾਰੀ ਲੰਘਿਆ ਵੇਲਾ, 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 ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ। ਮੁੜ ਕੇ ਹੱਥ ਆਉਣਾ ਨਹੀਂ, ਇੱਕ ਵਾਰੀ ਲੰਘਿਆ ਵੇਲਾ।